ਦੋਹਰਾ ਫਤਿਹ ਸ਼ਾਹ ਭਾਜਿਓ ਪਿਖਿਓ ਹਰੀ ਚੰਦ ਚੰਦੇਲ ਚਿਤ ਚੌਂਪਿਓ ਚੱਪਿਓ ਗਾਹੇ ਹਾਥ ਮੈਂ ਸੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੀ ਬਹੁਤ ਹੀ ਸਤਿਕਾਰ ਤੇ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਸਾਹਿਬੇ ਕਮਾਲ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਹਿਤਾਪ ਜੀ ਸਰਵਣ ਕਰ ਰਹੇ। ਭੰਗਾਣੀ ਦੇ ਜੰਗ ਦੌਰਾਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸੂਰਮੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਜਾਨਾਂ ਹੂਲ ਕੇ ਲੜ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਭੂਆ ਦੇ ਪੁੱਤਰ ਬਾਬਾ ਭਾਈ ਸਾਹਿਬ ਭਾਈ ਜੀਤ ਮੱਲ ਜੀ ਰਾਜੇ ਹਰੀ ਚੰਦ ਹੰਡੂਰੀਏ ਨਾਲ ਲੜਦਿਆਂ ਉਹਨੂੰ ਜ਼ਖਮੀ ਤੇ ਮੂਰਛਿਤ ਕਰਕੇ ਆਪ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ। ਔਰ ਇਸ ਪ੍ਰਕਾਰ ਨਾਲ ਬਹੁਤ ਸਾਰੇ ਸੂਰਮੇ ਜਿੱਥੇ ਵੈਰੀ ਦਲ ਦੇ ਅਨੇਕਾਂ ਸੂਰਮਿਆਂ ਨੂੰ ਮਾਰ ਰਹੇ ਨੇ, ਵੈਰੀ ਦਲ ਦੇ ਅਨੇਕਾਂ ਸੂਰਮਿਆਂ ਨੂੰ ਮਾਰ ਕੇ ਮਿੱਟੀ 'ਚ ਗਰਕ ਕੀਤਾ ਹੈ, ਉੱਥੇ ਸਤਿਗੁਰਾਂ ਦੇ ਵੀ ਅਨੇਕਾਂ ਸੂਰਮੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਰਹੇ ਨੇ। ਆਓ ਕਲਗੀਧਰ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਭਾਈ ਸੰਗੋ ਸ਼ਾਹ ਔਰ ਨਜਾਬਤ ਖਾਨ ਦਾ ਜੰਗ ਹੋਣ ਲੱਗਾ ਹੈ। ਉਧਰ ਕਲਗੀਧਰ ਪਾਤਸ਼ਾਹ ਜੀ ਨੇ ਵੇਖਿਆ ਕਿ ਫਤਿਹ ਸ਼ਾਹ ਆਪਣੀ ਫੌਜ ਸਮੇਤ ਖੜਾ ਹਰੀ ਚੰਦ ਨੂੰ ਵੇਖ ਰਿਹਾ ਜੋ ਬੇਹੋਸ਼ੀ ਦੀ ਹਾਲਤ ਵਿੱਚ ਹੈ। ਭਾਈ ਰਾਮ ਸਿੰਘ ਨੂੰ ਹੁਕਮ ਕੀਤਾ ਕਿ ਉੱਥੇ ਤੋਪ ਦਾ ਗੋਲਾ ਮਾਰੋ। ਜਦੋਂ ਤੋਪ ਦਾ ਗੋਲਾ ਦਾਗਿਆ ਤੇ ਫਤਿਹ ਸ਼ਾਹ ਤੇ ਉਹਦੇ ਨਾਲ ਦੇ ਜਿਹੜੇ ਸਨ ਉਹ ਦੌੜੇ ਅੱਗੇ ਲੱਗ ਕੇ ਵੀ ਕਿਤੇ ਗੋਲਾ ਦੁਬਾਰਾ ਨਾ ਆ ਜਾਏ। ਜਿਉਂ ਦੌੜਿਆ ਤੇਜ਼ੀ ਦੇ ਨਾਲ ਇਹਦੇ ਦੌੜਨ ਤੋਂ ਪਹਿਲਾਂ ਹੀ ਇਹਦੇ ਨਾਲ ਦੇ ਕਈ ਸੂਰਮੇ ਇਹਦੇ ਤੋਂ ਪਹਿਲਾਂ ਅੱਗੇ ਜਾ ਪਹੁੰਚੇ। ਪਿੱਛੋਂ ਰਾਜਾ ਚੰਦੇਲੀਆ ਆਵਾਜ਼ਾਂ ਮਾਰਦਾ, ਫਤਿਹ ਸ਼ਾਹ ਜੀ ਰੁਕ ਜਾਓ, ਕਿਉਂ ਆਪਣੀ ਕੁਲ ਨੂੰ ਕਲੰਕ ਲਾਉਂਦੇ ਹੋ। ਤੋ ਜਿਸ ਪ੍ਰਕਾਰ ਨਾਲ ਫਤਿਹ ਸ਼ਾਹ ਨੂੰ ਇਹਨਾਂ ਨੇ ਮੋੜਿਆ ਔਰ ਰਾਜਾ ਹਰੀ ਚੰਦ ਹੋਸ਼ ਵਿੱਚ ਆ ਕੇ ਕਲਗੀਧਰ ਜੀ ਨਾਲ ਲੜ ਰਿਹਾ ਹੈ, ਭਾਈ ਸੰਗੋ ਸ਼ਾਹ ਜੀ ਨਜਾਬਤ ਖਾਨ ਨਾਲ ਲੜ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦਾ ਪਾਵਨ ਇਤਿਹਾਸ ਸਰਵਣ ਕਰੀਏ। ਪਾਤਸ਼ਾਹ ਦੇ ਪਾਵਨ ਚਰਨ ਕਮਲਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਜਿੱਥੇ ਆਪਣੇ ਸਰੀਰਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ, ਉੱਥੇ ਨਾਲ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਓ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਫਤਿਹ ਸ਼ਾਹ ਭਾਜਿਓ ਪਿਖਿਓ
ਹਰੀ ਚੰਦ ਚੰਦੇਲ। ਜਦੋਂ ਰਾਜਾ ਫਤਿਹ ਸ਼ਾਹ ਪਿੱਛੇ ਨੂੰ ਭੱਜਿਆ, ਇਹਨੂੰ ਪਿਛਾਂ ਨੂੰ ਭਜਦੇ ਜਾਂਦੇ ਨੂੰ ਰਾਜੇ ਹਰੀ ਚੰਦ ਨੇ ਚੰਦੇਲੀਏ ਨੇ ਵੇਖਿਆ। ਚਕਰਿਤ ਚਿਤ ਚੌਂਪਿਓ ਚੱਪਿਓ, ਗਏ ਹਾਥ ਮੈਂ ਸੇਲ। ਚਕਰਤ ਹੋ ਕੇ ਚਿੱਤ ਵਿੱਚ ਚੌਂਪ ਰੱਖ ਕੇ ਆਪਣੇ ਮਨ 'ਚ ਖਿਜ ਧਾਰਨ ਕਰਕੇ ਉਸ ਵਕਤ ਇਹਨਾਂ ਨੇ ਆਪਣੇ ਹੱਥਾਂ ਵਿੱਚ ਬਰਛੀਆਂ ਧਾਰਨ ਕੀਤੀਆਂ ਹਨ। ਰਸਾਵਲ ਛੰਦ ਦਇਆ ਰਾਮ ਬੀਰੰ, ਨੰਦ ਚੰਦ ਧੀਰੰ। ਮਹਾਰਾਜ ਕਲਗੀਧਰ ਜੀ ਦੇ ਸੂਰਮੇ ਭਾਈ ਦਇਆ ਰਾਮ ਜੀ, ਖਾਲਸਾ ਜੀ ਇਹ ਗੁਰੂ ਕੁਲ ਪੁਰੋਹਿਤ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਦੇ ਪਿਤਾ ਭਾਈ ਜਾਤੀ ਮਲਕ ਜੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਰਹੇ ਨੇ, ਔਰ ਉਹਨਾਂ ਵੀ ਰਣ ਭੂਮੀ ਦੇ ਵਿੱਚ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ। ਭਾਈ ਜਾਤੀ ਮਲਕ ਦੇ ਸਪੁੱਤਰ ਨੇ ਭਾਈ ਦਇਆ ਰਾਮ ਜੀ, ਤੇ ਦੂਜੇ ਪਾਸੇ ਦੀਵਾਨ ਨੰਦ ਚੰਦ ਜੀ। ਕੁਪਿਓ ਗੰਗ ਰਾਮੰ ਗੁਲਾਬੰ ਸੋ ਨਾਮੰ। ਔਰ ਭਾਈ ਸਾਹਿਬ ਭਾਈ ਗੰਗਾ ਰਾਮ ਜੀ, ਔਰ ਭਾਈ ਸਾਹਿਬ ਭਾਈ ਗੁਲਾਬ ਚੰਦ ਜੀ। ਮਰਿਓ ਜੀਤ ਮਲੰਗ ਪਿਖਿਓ ਭੂਮ ਥਲੰਗ। ਜਦੋਂ ਇਹਨਾਂ ਨੇ ਵੇਖਿਆ ਕਿ ਸਾਡਾ ਸੂਰਮਾ ਭਾਈ ਗੁਲਾਬ ਚੰਦ ਜੀ ਹੋਣਾ ਨੇ ਵੇਖਿਆ ਕਿ ਸਾਡਾ ਭਰਾ ਭਾਈ ਜੀਤ ਮਲ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦੀ ਪ੍ਰਾਪਤ ਕਰ ਗਿਆ ਹੈ, ਔਰ ਉਹਦੀ ਕਾਇਆ ਉਹਦਾ ਸਰੀਰ ਰਣ ਭੂਮੀ ਦੇ ਵਿੱਚ ਹੈ। ਸਭੇ ਕੋ ਪਤਾਏ ਪਹਾਰੀ ਪਲਾਏ। ਜੀਤ ਮਲ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਸੂਰਮੇ ਇੱਕ ਵਾਰੀ ਵੀਰ ਰਸ ਦੇ ਰੰਗ ਦੇ ਵਿੱਚ ਰੰਗੇ ਗਏ। ਬੜੇ ਗੁੱਸੇ ਵਿੱਚ ਆ ਕੇ, ਵੀਰ ਰਸ ਵਿੱਚ ਆ ਕੇ ਇਹਨਾਂ ਨੇ ਪਹਾੜੀਆਂ ਤੇ ਹਮਲਾ ਕੀਤਾ, ਔਰ ਇਹ ਪਹਾੜੀਏ ਅੱਗੇ ਲੱਗ ਕੇ ਦੌੜ ਪਏ। ਸਧੀਰੰ ਚੰਦੇਲੰ ਤਾਰੇ ਹਾਥ ਸੇਲੰ। ਰਾਜਾ ਚੰਦੇਲੀਆ ਜਿਹੜਾ ਸੀ, ਜਿਹਦਾ ਨਾਮ ਮਧੁਕਰ ਸ਼ਾਹ ਹੈ, ਚੰਦੇਲਪਤੀ ਇਹਨੂੰ ਕਹਿੰਦੇ ਨੇ, ਇਹ ਹੌਸਲਾ ਕਰਕੇ ਧੀਰਜ ਰੱਖ ਕੇ ਹੱਥ ਵਿੱਚ ਬਰਛੀ ਪਕੜ ਕੇ ਲੜਦਾ ਰਿਹਾ। ਅਰੇ ਉਹ ਅਗਰ ਆਈ ਕੋਲੰ ਲਾਜ ਪਾਈ। ਆਪਣੇ ਕੁਲ ਦੀ ਲਾਜ ਨੂੰ ਜਾਣਦਿਆਂ ਹੋਇਆਂ ਇਹ ਅੱਗੇ ਆ ਕੇ ਲੜਿਆ। ਅੱਗੇ ਆ ਕੇ ਨੇ ਅੱਗਾ ਰੋਕਿਆ ਸਿੰਘਾਂ ਦਾ, ਸਤਿਗੁਰਾਂ ਦੇ ਸੂਰਮਿਆਂ ਦਾ। ਹਤਿਓ ਏਕ ਦਵੈ ਕਹਿ ਰਹਿਓ ਠਾਂਡ ਹੋਇ ਕੈ। ਜਦੋਂ ਇੱਕ ਦੋਹਾਂ ਨੂੰ ਮਾਰਿਆ, ਉਸ ਵੇਲੇ ਆਪਣੇ ਪੈਰ ਅੜਾ ਕੇ ਖਲੋਤਾ ਰਿਹਾ। ਨਿਕਾਰੀ ਕਿਰਪਾਨਾ ਚਾਹੇ ਸ਼ਤਰੂਹਾਨਾ। ਉਸ ਵੇਲੇ ਨੇ ਆਪਣੀ ਕਿਰਪਾਨ ਧੂ ਲਈ ਹੈ, ਔਰ ਮਾਰਨਾ ਚਾਹੁੰਦਾ। ਇਧਰ ਸਤਿਗੁਰਾਂ ਦੇ ਸੂਰਮਿਆਂ ਵੀ ਕਿਰਪਾਨਾਂ ਧੂ ਲਈਆਂ ਹਨ। ਧੂ ਕਿਰਪਾਨਾਂ ਤਿੱਖੀਆਂ ਨਾਲ ਲੋਹੂ ਧੋਈਆਂ। ਉਸ ਵੇਲੇ ਤਿੱਖੀਆਂ ਤਲਵਾਰਾਂ ਆਪਣੇ ਮਿਆਨਾਂ 'ਚ ਧੂ ਕੇ ਸੂਰਮੇ ਅੱਗੇ ਵੈਰੀ ਨੂੰ ਮਾਰਨ ਲਈ ਵਧੇ ਹਨ। ਦਇਆ ਰਾਮ ਆਦੰ ਟੋਕੇ ਬੋਲ ਬਾਦੰ। ਭਾਈ ਦਇਆ ਰਾਮ ਜੀ ਆਦਿਕ ਜਿੰਨੇ ਸਿੱਖ ਨੇ, ਯੋਧੇ ਨੇ, ਮੁਖ ਤੋਂ ਮਾਰ ਲਓ ਮਾਰ ਲਓ ਮਾਰ ਲਓ ਦੀ ਆਵਾਜ਼ ਸੁਣਾਈ ਦਿੰਦਿਆਂ ਹੋਇਆਂ ਅਕਾਲ ਅਕਾਲ ਸਤਿ ਸ੍ਰੀ ਅਕਾਲ ਇਹ ਕਹਿੰਦੇ ਅੱਗੇ ਢੁਕਦੇ ਨੇ, ਅੱਗੇ ਵਧਦੇ ਹਨ। ਕਰੇ ਖੱਗ ਕਾਤਾ ਕਟਿਓ ਸ਼ਤਰੂ ਗਾਤਾ। ਆਪਣੀ ਤਲਵਾਰ ਦੇ ਵਾਰ ਕਰਕੇ, ਤਲਵਾਰ ਦਾ ਘਾਤ ਕਰਕੇ ਅਨੇਕਾਂ ਸ਼ਤਰੂਆਂ ਨੂੰ ਕੱਟ ਕੱਟ ਕੇ ਰਣ ਭੂਮੀ ਦੇ ਵਿੱਚ ਸੁੱਟਿਆ। ਉਹਨਾਂ ਦੇ ਸਰੀਰ ਕੱਟਣੇ ਸ਼ੁਰੂ ਕੀਤੇ ਹਨ। ਚਿਤੰ ਸਵਾਮ ਕਾਮੰ ਗਿਰਿਓ ਜੰਗ ਤਾਮੰ। ਅਨੇਕਾਂ ਸੂਰਮੇ ਆਪਣੇ ਸੁਆਮੀ ਦਾ ਕਾਰਜ ਜਾਣਦਿਆਂ ਹੋਇਆਂ ਲੜਦਿਆਂ ਰਣ ਭੂਮੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਡਿੱਗ ਰਹੇ ਹਨ। ਰਖਿਓ ਧਰਮ ਬੀਰੰ ਤਜੀ ਹੈ ਨਾ ਤੀਰੰ। ਇਧਰ ਯੋਧਿਆਂ ਨੇ, ਸਤਿਗੁਰਾਂ ਦੇ ਸੂਰਮਿਆਂ ਨੇ ਵੇਖਿਆ ਕਿ ਲੜਾਈ ਸਾਡੀ ਕਿਸੇ ਜ਼ਮੀਨ ਖਾਤਰ ਨਹੀਂ ਹੈ। ਇਹ ਲੜਾਈ ਜਰ ਜੋਰੂ ਜ਼ਮੀਨ ਵਾਸਤੇ ਨਹੀਂ ਹੈ। ਇਹ ਲੜਾਈ ਧਰਮ ਦੀ ਰਣ ਭੂਮੀ ਦੇ ਵਿੱਚ ਧਰਮ ਜੰਗ ਹੈ, ਧਰਮ ਯੁੱਧ ਹੈ। ਔਰ ਧਰਮ ਦਾ ਯੁੱਧ ਜਾਣਦਿਆਂ ਹੋਇਆਂ ਕਿ ਵੀਰ ਯੋਧੇ ਦਾ ਜਿਹੜਾ ਧਰਮ ਹੁੰਦਾ, ਛਤਰੀ ਪੁਣੇ ਦਾ, ਉਹਨੂੰ ਆਪਣੇ ਹਿਰਦੇ 'ਚ ਧਾਰਨ ਕਰਕੇ ਸੂਰਮਿਆਂ ਨੇ ਧੀਰਜ ਨਹੀਂ ਛੱਡਿਆ, ਔਰ ਬਹਾਦਰੀ ਨਾਲ ਅੱਗੇ ਵੱਧ ਕੇ ਲੜ ਰਹੇ ਨੇ। ਪਾਇਓ ਟੂਕ ਟੂਕੰ ਪਾਰੀ ਕੂਕ ਕੂਕੰ। ਕਹਿੰਦੇ ਟੁਕੜੇ ਟੁਕੜੇ ਹੋ ਕਰਕੇ ਰਣ ਭੂਮੀ ਦੇ ਵਿੱਚ ਸੂਰਮੇ ਡਿੱਗ ਰਹੇ ਨੇ। ਕੂਕ ਪੁਕਾਰ ਦੂਰ ਤੱਕ ਸੁਣਾਈ ਦੇ ਰਹੀ ਹੈ। ਗਇਓ ਪਾਜ ਰਾਜਾ ਤਜਿਓ ਜੰਗ ਕਾਜ।
ਏਲੀਆ ਵੀ ਪੈਰ ਹਿਲਾ ਕੇ ਅੱਗੇ ਲੱਗ ਕੇ ਭੱਜ ਪਿਆ। ਉਹਨੇ ਵੀ ਜੰਗ ਲੜਨਾ ਇੱਕ ਪ੍ਰਕਾਰ ਨਾਲ ਛੱਡ ਦਿੱਤਾ। ਉਹਦੇ ਅੰਦਰ ਹੌਸਲਾ ਨਹੀਂ ਪਿਆ ਅੱਗੇ ਖਲੋ ਕੇ ਅੜਨ ਦਾ। ਰਿਸੇ ਖਾਨਜ਼ਾਦੇ ਬਾਜੇ ਦੀ ਹੀ ਬਾਜੇ। ਇੱਧਰ ਜਿਹੜੇ ਖਾਨਜ਼ਾਦੇ ਪਠਾਨ ਸਨ, ਮਹਾਰਾਜ ਜੀ ਤੋਂ ਬਾਗੀ ਹੋ ਕੇ ਇਹਨਾਂ ਦੇ ਨਾਲ ਰਲ ਕੇ ਲੜ ਰਹੇ ਸਨ ਸਤਿਗੁਰਾਂ ਦੇ ਖਿਲਾਫ। ਉਹ ਖਾਨਜ਼ਾਦੇ ਇੱਕ ਵਾਰੀ ਗੁੱਸੇ ਵਿੱਚ ਆਏ। ਉਹਨਾਂ ਆਪਣੇ ਨਗਾਰਿਆਂ ਤੇ ਦੁਬਾਰਾ ਫਿਰ ਚੋਭਾਂ ਮਰਵਾਈਆਂ। ਫਿਰੇ ਫੇਰ ਸਾਰੇ ਕਰੇ ਮਾਰ ਮਾਰੇ। ਇੱਕ ਵਾਰੀ ਫਿਰ ਇਹ ਦੌੜ ਗਏ ਸਨ ਪਹਿਲਾਂ, ਦੁਬਾਰਾ ਫਿਰ ਇਹਨਾਂ ਆਪਣੇ ਮੂੰਹ ਫੇਰੇ ਨੇ। ਧੀਰਜ ਰੱਖ ਕੇ ਜੰਗ ਦੇ ਮੈਦਾਨ 'ਚ ਮਾਰੋ ਮਾਰ ਕਰਦਿਆਂ ਵਧੇ ਹਨ। ਨਿਜਾਬੰਗ ਪਠਾਨਾ ਸੰਗੋਸ਼ਾ ਜਵਾਨਾ। ਇਹਨਾਂ ਦਾ ਇੱਕ ਵੱਡਾ ਜਰਨੈਲ ਹੈ ਨਜਾਬਤ ਖਾਨ। ਭਾਈ ਸਾਹਿਬ ਭਾਈ ਸੰਗੋ ਸ਼ਾਹ ਜਵਾਨ ਦੇ ਨਾਲ ਲੜਨ ਵਾਸਤੇ ਆਇਆ ਹੈ। ਅਰੇ ਆਪ ਮਾਹੀ ਹਟੇ ਪੈਰ ਨਾਹੀ। ਨਜਾਬਤ ਖਾਨ ਤੇ ਭਾਈ ਸੰਗੋ ਸ਼ਾਹ ਦਾ ਭੇੜ ਮਚਿਆ। ਇਹਨਾਂ ਦੋਨਾਂ ਦਾ ਆਮੋ ਸਾਹਮਣੇ ਜੰਗ ਹੋਣ ਲੱਗਾ। ਸਭ ਵਿੱਚ ਜੋ ਹੋਤੇ ਮੈਲ ਦੋ। ਕਿਉਂਕਿ ਸੰਗੋ ਸ਼ਾਹ ਤੇ ਨਜਾਬਤ ਖਾਨ ਦੀ ਜਾਣਕਾਰੀ ਸੀ ਆਪਸ ਵਿੱਚ। ਜਾਣਕਾਰੀ ਕਿਵੇਂ ਸੀ? ਨਜਾਬਤ ਖਾਨ ਪੌਂਟਾ ਸਾਹਿਬ ਮਹਾਰਾਜ ਜੀ ਦੇ ਕੋਲ ਰਹਿੰਦਾ ਸੀ। ਉੱਥੇ ਭਾਈ ਸੰਗੋ ਸ਼ਾਹ ਜੀ ਅਕਸਰ ਸਭਾ ਦੇ ਵਿੱਚ ਬੈਠਿਆਂ ਇਹਦੇ ਨਾਲ ਮਿਲਿਆ ਕਰਦੇ ਸਨ। ਇਹਦੇ ਨਾਲ ਜੰਗ ਯੁੱਧ ਦੀਆਂ ਗੱਲਾਂ। ਪੋਰੰਗ ਬੀਚ ਨਾਰੀ ਗੁਰੂ ਤੀਰਵਾਰੀ। ਸਤਿਗੁਰਾਂ ਦੇ ਕੋਲ ਇਹਨਾਂ ਦੋਨਾਂ ਦੀ ਜਾਣਕਾਰੀ ਸੀ ਇੱਕ ਦੂਜੇ ਨਾਲ। ਭਾਈ ਸੰਗੋ ਸ਼ਾਹ ਬਾਰੇ ਨਜਾਬਤ ਖਾਨ ਜਾਣਦਾ ਸੀ ਕਿ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਭੂਆ ਦਾ ਪੁੱਤ ਹੈ। ਔਰ ਭਾਈ ਸਾਹਿਬ ਭਾਈ ਸ਼ਾਹ ਜੀ ਨਜਾਬਤ ਖਾਨ ਪਠਾਣਾ ਦਾ ਵੱਡਾ ਜਰਨੈਲ ਹੈ। ਦੋਹਰਾ ਪੌਂਟਾ ਸਾਹਿਬ ਤੇ ਆਪਸ ਵਿੱਚ ਮਿਲ ਕੇ ਜੰਗ ਯੁੱਧ ਦੀਆਂ ਗੱਲਾਂ ਕਰਿਆ ਕਰਦੇ ਸਨ। ਸੂਰਮਤਾਈ ਦੀਆਂ ਬਾਤਾਂ ਕਰਿਆ ਕਰਦੇ ਸਨ। ਮਾਨਤ ਪਟ ਵੱਡ ਆਪ ਕੋ ਦੋਨੋਂ ਸਹਿਜ ਸੁਭਾਏ। ਨਜਾਬਤ ਖਾਨ ਕਹਿੰਦਾ ਸੀ ਮੈਂ ਬੜਾ ਵੱਡਾ ਸੂਰਮਾ ਯੋਧਾ ਹਾਂ, ਤੇ ਭਾਈ ਸੰਗੋ ਸ਼ਾਹ ਜੀ ਕਹਿੰਦੇ ਸੀ ਘੱਟ ਮੈਂ ਵੀ ਨਹੀਂ ਹਾਂ। ਜਦੋਂ ਪੌਂਟਾ ਸਾਹਿਬ ਰਹਿੰਦੇ ਸੀ ਨਾ, ਉਦੋਂ ਹੀ ਇਹਨਾਂ ਨੂੰ ਕਹਿੰਦਾ ਸੀ ਮੈਂ ਸੂਰਮਾ ਹਾਂ। ਭਾਈ ਸੰਗੋ ਸ਼ਾਹ ਜੀ ਕਹਿੰਦੇ ਤਾਂ ਜੰਗ ਦੇ ਮੈਦਾਨ ਦਾ ਮਾਹੌਲ ਦੱਸੇਗਾ ਕਿ ਕੌਣ ਸੂਰਮਾ ਹੈ। ਰਸਾਵਲ ਚੰਦ ਭਾਈ ਯਾਦ ਸੋ ਪੀਰੇ ਵੀਰ ਦੋ। ਉਹ ਪੁਰਾਣੀਆਂ ਗੱਲਾਂ ਇਹਨਾਂ ਦੇ ਚੇਤੇ ਵਿੱਚ ਆਈਆਂ ਨੇ, ਇਹਨਾਂ ਦੀ ਸਿਮਰਤੀ ਵਿੱਚ ਆਈਆਂ ਨੇ। ਦੋਵੇਂ ਸੂਰਮੇ ਆਪਸ ਵਿੱਚ ਭਿੜੇ ਹਨ। ਕਰੇ ਸ਼ੀਘਰਤਾਈ ਪਰਿਓ ਨੇਰ ਆਈ। ਬੜੀ ਸ਼ੀਘਰਤਾਈ ਨਾਲ ਪਹਿਲਾਂ ਤਾਂ ਤੀਰਾਂ ਨਾਲ ਲੜਦੇ ਰਹੇ, ਮੁੜ ਕੇ ਐਨ ਨੇੜੇ ਆ ਗਏ, ਨੇੜੇ ਢੁੱਕ ਗਏ। ਕਿਰਪਾਨੇ ਨਿਕਾਰੀ ਪਇਓ ਫੇਰ ਪਾਰੀ। ਆਪਣੀਆਂ ਸਦਾ ਦੀਆਂ ਸਾਥਣਾ ਤਲਵਾਰਾਂ ਮਿਆਨਾਂ ਦੇ ਵਿੱਚੋਂ ਧੂ ਲਈਆਂ ਹਨ। ਧਰੀ ਢਾਲ ਆਗੇ ਤਕੇ ਦਾਵ ਲਾਗੇ। ਢਾਲਾਂ ਅੱਗੇ ਕਰ ਲਈਆਂ। ਨਜਾਬਤ ਖਾਨ ਤੇ ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਧੰਨ ਮਾਤਾ ਵੀਰੋ ਦੀ ਬੀਬੀ ਵੀਰੋ ਦੀ ਕੁੱਖ ਦੇ ਸੁਲੱਖਣੇ ਤਾਰੇ। ਭਾਈ ਸਾਹਿਬ ਭਾਈ ਸੰਗੋ ਸ਼ਾਹ ਦੇ ਇੱਕ ਹੱਥ ਵਿੱਚ ਢਾਲ ਤੇ ਦੂਜੇ ਹੱਥ 'ਚ ਤਲਵਾਰ ਹੈ। ਢਾਲ ਮੂਹਰੇ ਕਰਕੇ ਦਾ ਤੱਕਦੇ ਹਨ। ਉਭਾਰੇ ਚਲਾਵੇਂ ਸਰੀਰੰ ਬਚਾਵੇਂ। ਤਲਵਾਰਾਂ ਦੇ ਵਾਰ ਕੱਢਦੇ ਨੇ, ਉਭਾਰ ਕੇ ਚਲਾਉਂਦੇ ਨੇ, ਆਪੋ ਆਪਣੇ ਸਰੀਰਾਂ ਨੂੰ ਬਚਾਉਂਦੇ ਹਨ। ਖਰੰ ਖੱਗ ਤਾਰੇ ਸੋ ਉੱਚੇ ਉਸਾਰੇ। ਬੜੀ ਤਿੱਖੀ ਧਾਰਾ ਲੱਗੀ ਹੋਈ ਆ ਕਹਿੰਦੇ ਤਲਵਾਰਾਂ ਦੇ ਉੱਤੇ। ਨਜਾਬਤ ਖਾਨ ਦੀ ਤਲਵਾਰ ਵੀ ਬੜੀ ਸੁੰਦਰ ਤਿੱਖੀ ਧਾਰ ਵਾਲੀ ਹੈ। ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਦੀ ਤਲਵਾਰ ਵੀ ਬੜੀ ਨਿਰਮਲ ਧਾਰ ਵਾਲੀ ਹੈ। ਉੱਚੀ ਉੱਚੀ ਉਸਾਰਦੇ ਹਨ। ਲਗੇ ਕਾਵ ਅੰਗਾ ਪਏ ਲਾਲ ਰੰਗਾ। ਦੋਵੇਂ ਸੂਰਮੇ ਆਪਸ ਵਿੱਚ ਤਲਵਾਰ ਢਾਲ ਲੈ ਕੇ ਜਦੋਂ ਵਾਰ ਕੱਢਦੇ ਨੇ ਤੇ ਇੱਕ ਦੂਜੇ ਨੂੰ ਜ਼ਖਮੀ ਵੀ ਕਰ ਦਿੱਤਾ ਹੈ। ਸੰਗੋ ਸ਼ਾਹ ਨੇ ਨਜਾਬਤ ਖਾਨ ਦੇ ਸਰੀਰ ਤੇ ਵਾਰ ਕੱਢ ਕੇ ਮਾਰਿਆ, ਪਰ ਮਰਿਆ ਨਹੀਂ, ਜ਼ਖਮੀ ਹੋਇਆ, ਫੱਟ ਹੀ ਲੱਗਾ। ਨਜਾਬਤ ਖਾਨ ਨੇ ਭਾਈ ਸੰਗੋ ਸ਼ਾਹ ਦੇ ਤਨ ਦੇ ਉੱਤੇ ਫੱਟ ਲਾਇਆ। ਸਰੀਰ ਦੇ ਵਿੱਚੋਂ ਲਹੂ ਦੀਆਂ ਤਧੀਰੀਆਂ ਵਗਣ ਲੱਗ ਪਈਆਂ। ਕੱਪੜੇ ਲਹੂ ਦੇ ਨਾਲ ਨੁੱਚੜਨ ਲੱਗੇ। ਬਇਓ ਸ਼੍ਰੋਣ ਜਾਈ ਤਜੇ ਪੈ ਨਾ ਥਾਈ। ਸਰੀਰ ਦੇ ਉੱਤੇ ਕਈ ਘਾਵ ਲੱਗੇ, ਕਈ ਜ਼ਖਮ ਲੱਗੇ, ਸੰਗੋ ਸ਼ਾਹ ਜੀ ਦੇ ਵੀ ਔਰ ਨਜਾਬਤ ਖਾਨ ਦੇ ਵੀ।
ਕਹਿੰਦੇ ਫਿਰ ਵੀ ਜੰਗ ਦੇ ਮੈਦਾਨ ਨੂੰ ਨਹੀਂ ਛੱਡਦੇ। ਸਰੀਰ ਦੇ ਵਿੱਚੋਂ ਲਹੂ ਦੀਆਂ ਤਤੀਰੀਆਂ ਨੁੱਚੜ ਨੁੱਚੜ ਜ਼ਮੀਨ ਤੇ ਡਿੱਗ ਰਹੀਆਂ ਹਨ। ਮਨੋ ਢਾਕ ਫੂਲੇ ਦੋ ਵੀਰ ਝੂਲੇ। ਦੋਹਾਂ ਸੂਰਮਿਆਂ ਦੇ ਸਰੀਰਾਂ ਤੇ ਪਾਏ ਹੋਏ ਕੱਪੜੇ ਲਾਲ ਰੰਗ ਦੇ ਲਹੂ ਨਾਲ ਇਸ ਤਰ੍ਹਾਂ ਲਾਲ ਪ੍ਰਤੀਤ ਹੁੰਦੇ ਨੇ ਮਾਨੋ ਢੱਕ ਦੇ ਫੁੱਲ ਖਿੜੇ ਹੋਣ। ਦੋਹਾਂ ਪਾਸਿਆਂ ਦੇ ਯੋਧੇ ਸੂਰਮੇ ਝੂਲ ਝੂਲ ਕੇ ਪੈਂਦੇ ਹਨ। ਰਣੰਗ ਰੰਗ ਸੋਹਾ ਗੁਰੂ ਕੀਨ ਦੋਹਾ। ਭਾਈ ਸੰਗੋ ਸ਼ਾਹ ਜੀ ਨੂੰ ਇਸ ਤਰ੍ਹਾਂ ਲੜਦਿਆਂ ਵੇਖ ਕੇ, ਭਾਈ ਸੰਗੋ ਸ਼ਾਹ ਜੀ ਨੂੰ ਇਸ ਤਰ੍ਹਾਂ ਜੂਝਦਿਆਂ ਵੇਖ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਬਚਿੱਤਰ ਨਾਟਕ ਬਾਣੀ ਦੇ 8ਵੇਂ ਅਧਿਆਇ ਵਿੱਚ ਇਹ ਪਾਵਨ ਬਚਨ ਇਹ ਦੋਹਰਾ ਭਾਈ ਸੰਗੋ ਸ਼ਾਹ ਜੀ ਦੀ ਸੋਭਾ ਵਿੱਚ ਖੁਦ ਗੁਰੂ ਕਲਗੀਧਰ ਨੇ ਆਪਣੀ ਕਲਮ ਦੇ ਨਾਲ ਲਿਖਿਆ। ਸ਼੍ਰੀ ਮੁਖਵਾਕ। ਸ਼੍ਰੀ ਮੁਖਵਾਕ ਦਾ ਮਤਲਬ ਹੈ ਵੀ ਆਹ ਵਾਕ, ਆਹ ਬਚਨ ਬਾਜਾਂ ਵਾਲੇ ਪ੍ਰੀਤਮ ਗੁਰੂ ਕਲਗੀਧਰ ਜੀ ਦੇ ਮੁਖਾਰ ਬਿੰਦ ਚੋਂ ਉਚਾਰਨ ਕੀਤੇ ਹੋਏ ਨੇ। ਦੋਹਰਾ ਮਾਰ ਨਿਜਾਬਤ ਖਾਨ ਕੋ ਸੰਗੋ ਜੁਝੇ ਜੁਝਾਰ। ਕਹਿੰਦੇ ਨਜਾਬਤ ਖਾਨ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਕੇ ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਜੂਝ ਗਏ, ਜੁਝਾਰੂਆਂ ਵਾਂਗੂ ਯੋਧਿਆਂ ਵਾਂਗੂ ਜੂਝ ਗਏ। ਹਾ ਹਾ ਏ ਲੋਕੈ ਪਇਓ ਸੁਰਗ ਲੋਕ ਜੈਕਾਰ। ਭਾਈ ਸੰਗੋ ਸ਼ਾਹ ਜੀ ਦੀ ਲੜਾਈ ਵੇਖ ਕੇ, ਜੰਗ ਦੇ ਮੈਦਾਨ 'ਚ ਜੂਝਣਾ ਵੇਖ ਕੇ ਇੱਕ ਵਾਰੀ ਇਸ ਧਰਤੀ ਦੇ ਉੱਤੇ ਤਾਂ ਹਾਹਾਕਾਰ ਮਚ ਗਈ। ਸੂਰਮੇ ਦੰਦਿਆਂ ਥੱਲੇ ਉਂਗਲਾਂ ਲੈ ਲੈ ਕੇ ਚੱਬਦੇ ਨੇ, ਇੰਨੀ ਦਲੇਰੀ ਨਾਲ ਲੜ ਰਹੇ ਨੇ ਭਾਈ ਸੰਗੋ ਸ਼ਾਹ ਜੀ। ਪਰ ਉਧਰ ਸਵਰਗ ਲੋਕ ਦੇ ਵਿੱਚ ਜੈ ਜੈਕਾਰ ਦੇ ਨਾਦ ਗੂੰਜ ਰਹੇ ਨੇ। ਧੰਨ ਹੈ ਇਹ ਸੂਰਮਾ, ਧੰਨ ਹੈ ਯੋਧਾ ਗੁਰੂ ਕਲਗੀਧਰ ਪਾਤਸ਼ਾਹ ਦਾ, ਇਹਦੀ ਸੇਵਾ ਕਰਨ ਦਾ ਮੌਕਾ ਸਾਨੂੰ ਪ੍ਰਾਪਤ ਹੋਵੇਗਾ। ਦੋਹਰਾ ਪਿਖ ਪੁਰਸ਼ਾਰਥ ਵੀਰ ਕੋ ਕਰਿਓ ਜੰਗ ਵੱਡ ਕਾਮ। ਇਸ ਮਹਾਨ ਯੋਧੇ ਭਾਈ ਸੰਗੋ ਸ਼ਾਹ ਦਾ ਪੁਰਸ਼ਾਰਥ ਵੇਖ ਕਰਕੇ ਕਿ ਜੰਗ ਦੇ ਮੈਦਾਨ 'ਚ ਬੜੀ ਬਹਾਦਰੀ ਨਾਲ ਭਾਈ ਸੰਗੋ ਸ਼ਾਹ ਜੀ ਨੇ ਜੰਗ ਦੇ ਮੈਦਾਨ 'ਚ ਸਭ ਤੋਂ ਮੂਹਰੇ ਹੋ ਕੇ ਸਭ ਤੋਂ ਪਹਿਲਾਂ ਭਾਈ ਸੰਗੋ ਸ਼ਾਹ ਜੀ ਲੜੇ ਨੇ। ਸੰਗੋ ਕਾ ਸਤ ਗੁਰ ਤਰਿਓ ਨਾਮ ਸ਼ਾਹ ਸੰਗਰਾਮ। ਜੰਗ ਦੇ ਮੈਦਾਨ 'ਚ ਭਾਈ ਸੰਗੋ ਸ਼ਾਹ ਜੀ ਦੀ ਬਹਾਦਰੀ ਵੇਖ ਕੇ, ਕਿਉਂਕਿ ਸਭ ਤੋਂ ਪਹਿਲਾ ਹੱਲਾ ਜਿਹੜਾ ਇਹਨਾਂ ਦਾ ਹੋਇਆ ਪਹਾੜੀਆਂ ਦਾ, ਉਸ ਹੱਲੇ ਨੂੰ ਭਾਈ ਸੰਗੋ ਸ਼ਾਹ ਜੀ ਨੇ ਰੋਕਿਆ ਸੀ ਔਰ ਬੜੀ ਬਹਾਦਰੀ ਨਾਲ ਇਹ ਲੜਦੇ ਰਹੇ, ਅਖੀਰਲੇ ਸਵਾਸਾਂ ਤੱਕ ਲੜਦੇ ਰਹੇ। ਕਹਿੰਦੇ ਇਹਨਾਂ ਦੀ ਐਸੀ ਬਹਾਦਰੀ ਨੂੰ ਵੇਖ ਕੇ ਕਲਗੀਧਰ ਜੀ ਨੇ ਭਾਈ ਸੰਗੋ ਸ਼ਾਹ ਜੀ ਨੂੰ ਲਖਬ ਦਿੱਤਾ, ਮਾਣ ਦਿੱਤਾ, ਸਤਕਾਰ ਦਿੱਤਾ ਤੇ ਨਾਂ ਰੱਖਿਆ ਸ਼ਾਹ ਸੰਗਰਾਮ। ਇਹ ਖਿਤਾਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਸੰਗੋ ਸ਼ਾਹ ਜੀ ਨੂੰ ਦਿੱਤਾ ਕਿ ਜੰਗ ਦੇ ਮੈਦਾਨ ਦਾ ਸ਼ਾਹ, ਕਿ ਇਹਦੇ ਵਰਗਾ ਕੋਈ ਦੂਜਾ ਨਹੀਂ ਭੰਗਾਣੀ ਦੇ ਜੰਗ 'ਚ। ਜੰਗ ਦੇ ਮੈਦਾਨ ਦਾ ਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਸੰਗੋ ਸ਼ਾਹ ਜੀ ਨੂੰ ਕਿਹਾ। ਰਸਾਵਲ ਚੰਦ ਲਗੇ ਕਾਵ ਸੋਹੈ ਚੜੀ ਬੰਕ ਪੋਹੈ। ਭਾਈ ਸੰਗੋ ਸ਼ਾਹ ਜੀ ਦੇ ਸਰੀਰ ਦੇ ਉੱਤੇ ਜ਼ਖਮ ਲੱਗ ਰਹੇ ਨੇ, ਫੱਟ ਲੱਗ ਰਹੇ ਨੇ, ਘਾਵ ਲੱਗ ਰਹੇ ਨੇ, ਪਰ ਪੌਹਾਂ ਚੜੀਆਂ ਹੋਈਆਂ ਭਾਈ ਸੰਗੋ ਸ਼ਾਹ ਜੀ ਦੀਆਂ, ਮੁਛਹਿਰੇ ਚੜੇ ਹੋਏ ਹਨ। ਗਿਰੇ ਜੰਗ ਮਾਈ ਹਟਿਓ ਪੈਰ ਨਾਈ। ਲੜਦਿਆਂ ਲੜਦਿਆਂ ਜਿਵੇਂ ਪੁਰਜਾ ਪੁਰਜਾ ਕੱਟ ਹੋ ਜਾਂਦਾ ਸਰੀਰ ਦਾ, ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਜੰਗ ਦੇ ਮੈਦਾਨ 'ਚ ਡਿੱਗ ਪਏ, ਪਰ ਆਪਣੇ ਪੈਰ ਹਿਲਾ ਕੇ ਪਿੱਛੇ ਨਹੀਂ ਆਏ, ਅੱਗੇ ਵੱਧ ਕੇ ਵੈਰੀ ਵਾਲੇ ਪਾਸੇ ਨੂੰ ਡਿੱਗੇ ਹਨ। ਗਇਓ ਦੇਵ ਲੋਕੰ ਜਹਾਂ ਨਾਹਿ ਸ਼ੋਕੰ। ਔਰ ਇਹੋ ਜਿਹੇ ਪੁਰੀ ਵਿੱਚ, ਇਹੋ ਜਿਹੇ ਧਾਮ ਦੇ ਵਿੱਚ ਚਲੇ ਗਏ ਜਿੱਥੇ ਕੋਈ ਸ਼ੋਕ ਨਹੀਂ ਹੈ। ਭਾਈ ਸੰਗੋ ਸ਼ਾਹ ਜੀ ਸ਼ਹੀਦੀ ਪ੍ਰਾਪਤ ਕਰ ਗਏ ਜੰਗ ਦੇ ਮੈਦਾਨ 'ਚ। ਕਲਗੀਧਰ ਜੀ ਦੀ ਭੂਆ ਦੇ 2 ਪੁੱਤ ਸ਼ਹੀਦ ਹੋ ਗਏ ਨੇ ਜੰਗ ਦੇ ਮੈਦਾਨ 'ਚ। ਪਹਿਲਾ ਭਾਈ ਸਾਹਿਬ ਭਾਈ ਜੀਤ ਮੱਲ ਜੀ, ਹੁਣ ਦੂਜੇ ਭਾਈ ਸੰਗੋ ਸ਼ਾਹ ਜੀ। ਔਰ ਸ਼ਹੀਦ ਹੋਣ ਤੋਂ ਬਾਅਦ ਭਾਈ ਸੰਗੋ ਸ਼ਾਹ ਜੀ ਇੱਕ ਇਹੋ ਜਿਹੀ ਪੁਰੀ ਵਿੱਚ ਚਲੇ ਗਏ ਨੇ ਜਿੱਥੇ ਕੋਈ ਗਮ ਨਹੀਂ, ਜਿੱਥੇ ਕੋਈ ਸ਼ੋਕ ਨਹੀਂ। ਉਸ ਪੁਰੀ ਨੂੰ ਭਾਈ ਭਗਤ ਸਾਹਿਬ ਭਗਤ ਰਵਿਦਾਸ ਜੀ ਨੇ ਕਿਹਾ, ਬੇਗਮ ਪੁਰਾ
ਸ਼ਹਿਰ ਕੋ ਨਾਓ, ਉਸ ਸ਼ਹਿਰ ਦੇ ਵਾਸੀ ਹੋ ਗਏ। ਗਿਰੇ ਵੀਰ ਦੋਈ ਪ੍ਰਭੂ ਪੇਖ ਸੋਈ। ਦੋਵੇਂ ਵੀਰ ਯੋਧੇ ਜੰਗ ਦੇ ਮੈਦਾਨ ਵਿੱਚ ਡਿੱਗ ਪਏ। ਨਜਾਬਤ ਖਾਨ ਵੀ ਮਰ ਕੇ ਡਿੱਗ ਪਿਆ ਔਰ ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਵੀ ਸ਼ਹੀਦੀ ਪਾ ਗਏ। ਕਲਗੀਧਰ ਜੀ ਨੇ ਵੇਖਿਆ, ਚਲੇ ਆਪ ਆਗੇ ਹਿਰਦੇ ਕੋਪ ਜਾਗੇ। ਆਪਣੇ ਭਰਾਵਾਂ ਨੂੰ ਜੰਗ ਦੇ ਮੈਦਾਨ 'ਚ ਸ਼ਹੀਦ ਹੁੰਦਿਆਂ ਵੇਖ ਕੇ, ਸਿੱਖਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਭਾਰੀ ਬੀਰ ਰਸ ਵਿੱਚ ਆਏ। ਮਹਾਰਾਜ ਜੀ ਆਪ ਹੁਣ ਅੱਗੇ ਜੰਗ ਦੇ ਮੈਦਾਨ ਵਿੱਚ ਵੱਧ ਕੇ ਆਏ ਹਨ। ਸੰਭਾਰੇ ਕੋ ਦੰਡੰ ਖਤੰਗ ਪ੍ਰਚੰਡੰ। ਮਹਾਰਾਜ ਜੀ ਨੇ ਆਪਣਾ ਕਮਾਨ ਆਪਣੀ ਧਨਕ ਹੱਥ ਦੇ ਵਿੱਚ ਸੰਭਾਲੀ ਹੈ। ਬੜੇ ਤਿੱਖੇ ਤੀਰ ਗੁਰੂ ਕਲਗੀਧਰ ਪਾਤਸ਼ਾਹ ਦੇ 4-4 ਉਂਗਲ ਖੱਪਰੇ ਤੀਰ ਚੌੜੇ ਉਹ ਮਹਾਰਾਜ ਜੀ ਨੇ ਪਕੜੇ ਹਨ। ਪਇਓ ਤੇਜ ਘੋਰਾ ਜ਼ਰੀ ਜ਼ੀਨ ਥੋਰਾ। ਮਹਾਰਾਜ ਜੀ ਦਾ ਨੀਲਾ ਘੋੜਾ ਬੜੀ ਤੇਜ਼ੀ ਨਾਲ ਅੱਗੇ ਜੰਗ ਦੇ ਮੈਦਾਨ 'ਚ ਵਧਿਆ, ਜਿਹਦੇ ਤੇ ਬੜੀ ਸੋਹਣੀ ਜ਼ਰੀਦਾਰ ਕਾਠੀ ਪਾਈ ਹੋਈ ਹੈ। ਹਰੇ ਖਾਨ ਖੂਨੀ ਰਿਸੇ ਪੇਖ ਦੂਨੀ। ਔਰ ਉਧਰ ਜਿਹੜੇ ਖਾਨ ਖੂਨੀ ਬਣ ਕੇ ਸਾਹਮਣੇ ਖੜੇ ਨੇ, ਉਹਨਾਂ ਨੂੰ ਵੇਖ ਕੇ ਕਲਗੀਧਰ ਜੀ ਭਾਰੀ ਰਿਸ ਵਿੱਚ ਆਏ ਹਨ, ਵੀਰ ਰਸ ਵਿੱਚ ਆਏ ਹਨ। ਬਜੀ ਬੰਬ ਪੂਰੀ ਸੁਨੀ ਜਾਏ ਦੂਰੀ। ਜਦੋਂ ਕਲਗੀਧਰ ਹੁਣ ਆਪ ਅੱਗੇ ਚੜ ਕੇ ਆਏ ਨੇ ਮੈਦਾਨ ਵਿੱਚ, ਮਹਾਰਾਜ ਜੀ ਦੇ ਨਗਾਰਚੀ ਨੇ ਦੋਹਰੀਆਂ ਚੋਬਾਂ ਲਾ ਕੇ ਨਗਾਰੇ ਨੂੰ ਵਜਾਇਆ, ਨਗਾਰਾ ਗੂੰਜਿਆ ਹੈ। ਉਤੇ ਖਾਨ ਢੂਕੇ ਮੁਖੰ ਮਾਰ ਕੂਕੇ। ਨਗਾਰੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ। ਲੱਗ ਗਿਆ ਪਤਾ ਦੁਸ਼ਮਣ ਨੂੰ ਕਿ ਕਲਗੀਧਰ ਜੀ ਖੁਦ ਆਪ ਹੁਣ ਅੱਗੇ ਵੱਧ ਕੇ ਆਏ ਨੇ ਲੜਨ ਵਾਸਤੇ। ਉਧਰੋਂ ਜਿਹੜੇ ਖਾਨ ਨੇ ਉਹ ਵੀ ਬੜੇ ਵੀਰ ਰਸ ਵਿੱਚ ਭਿੱਜੇ ਹੋਏ ਅੱਗੇ ਆ ਕੇ ਲੜਨ ਲੱਗੇ। ਗੁਰੂ ਬਾਨ ਲੀਨਾ ਤਨੇ ਐਂਚ ਕੀਨਾ। ਗੁਰਦੇਵ ਨੇ ਪੱਥੇ ਚੋਂ ਚੌਣਵਾ ਜਿਹਾ ਤੀਰ ਕੱਢਿਆ ਕਲਗੀਧਰ ਪਾਤਸ਼ਾਹ ਨੇ। ਉਸ ਵਕਤ ਤੇ ਪਹਿਲਾ ਤੀਰ ਮਹਾਰਾਜ ਜੀ ਭੰਗਾਣੀ ਦੇ ਜੰਗ 'ਚ ਚਲਾਉਣ ਲੱਗੇ ਹਨ। ਇਸ ਤਰ੍ਹਾਂ ਕਹਿ ਸਕਦੇ ਹਾਂ, ਇਸ ਜੀਵਨ ਕਾਲ ਦਾ ਪਹਿਲਾ ਤੀਰ ਜਿਹੜਾ ਰਣ ਭੂਮੀ ਦੇ ਵਿੱਚ ਮਹਾਰਾਜ ਜੀ ਨੇ ਚਲਾਇਆ, ਉਹ ਤੀਰ ਗੁਰਦੇਵ ਨੇ ਆਪਣੇ ਪੱਥੇ ਚੋਂ ਕੱਢਿਆ ਤੇ ਚਿਲੇ ਤੇ ਚਾੜਿਆ। ਤਜਿਓ ਬੇਗ ਸੰਗਾ ਲਗਿਓ ਖਾਨ ਅੰਗਾ। ਕਹਿੰਦੇ ਇੱਕ ਤੀਰ, ਇੱਕ ਖਾਨ ਅੱਗੇ ਬੜਾ ਵਧਿਆ ਆਉਂਦਾ ਸੀ ਤੇਜ਼ੀ ਦੇ ਨਾਲ, ਉਹਦਾ ਨਿਸ਼ਾਨਾ ਸੇਧ ਕੇ ਜਦੋਂ ਪਾਤਸ਼ਾਹ ਨੇ ਤੀਰ ਚਲਾਇਆ, ਕਹਿੰਦੇ ਤੀਰ ਉਹਦੀ ਛਾਤੀ 'ਚ ਵੱਜ ਕੇ ਪਾਰ ਜਾ ਨਿਕਲਿਆ। ਪਹਿਲਾਂ ਅੱਗੇ ਆਉਂਦਾ ਖਾਨ ਨਾਲ ਹੀ ਧੜਮ ਦੇ ਕੇ ਜ਼ਮੀਨ ਤੇ ਡਿੱਗ ਪਿਆ। ਗਿਰਿਓ ਜੰਗ ਖੇਤਾ ਨਹੀਂ ਫੇਰ ਚੇਤਾ। ਜਿਹਨੂੰ ਮਹਾਰਾਜ ਜੀ ਦਾ ਤੀਰ ਵੱਜਾ, ਉਹ ਖਾਨ ਜਦੋਂ ਜੰਗ ਦੇ ਮੈਦਾਨ 'ਚ ਡਿੱਗਾ, ਉਹਨੂੰ ਮੁੜ ਕੇ ਹੋਸ਼ ਨਹੀਂ ਆਈ, ਉਹਨੂੰ ਮੁੜ ਕੇ ਚੇਤਾ ਨਹੀਂ ਆਇਆ ਮੈਂ ਕਿੱਥੇ ਹਾਂ। ਉਹ ਮੁੜ ਸਾਵਧਾਨ ਨਹੀਂ ਹੋਇਆ। ਦਸਿਓ ਨਾਗ ਮਾਨੋ ਕਰੇ ਪ੍ਰਾਨ ਹਾਨੋ। ਕਹਿੰਦੇ ਮਾਨੋ ਜਿਵੇਂ ਕਿਸੇ ਉੱਡਣੇ ਨਾਗ ਨੇ ਬੜੇ ਜ਼ਰੀਲੇ ਸੱਪ ਨੇ ਡੰਗ ਲਿਆ ਹੋਵੇ, ਇਹੋ ਜਿਹੇ ਸੱਪ ਨੇ ਡਸਿਆ ਹੋਵੇ ਵੀ ਡਸਦਿਆਂ ਸਾਰ ਇਹਦੇ ਪ੍ਰਾਣ ਕੱਢ ਲਏ ਹੋਣ। ਤੁਤੀ ਬਾਣ ਲੈ ਕੇ ਗੋਨੰ ਜੋਰ ਕਹਿ ਕੇ। ਪਾਤਸ਼ਾਹ ਨੇ ਦੂਜਾ ਤੀਰ ਆਪਣੇ ਪੱਥੇ ਚੋਂ ਕੱਢਿਆ, ਉਹਨੂੰ ਵੀ ਤਰਕਸ਼ ਦੇ ਉੱਤੇ ਤੰਦੀ ਤੇ ਚਾੜਿਆ ਹੈ। ਕਰਿਓ ਤਾਨ ਤਾਨਾ ਲਗਿਓ ਖਾਨ ਕਾਨਾ। ਬਾਹਾਂ ਦੇ ਤਾਣ ਨਾਲ ਮਹਾਰਾਜ ਜੀ ਨੇ ਉਹਨੂੰ ਖਿੱਚਿਆ ਔਰ ਕੰਨਾਂ ਤੱਕ ਜਦੋਂ ਖਿੱਚ ਕੇ ਲੈ ਕੇ ਗਏ ਨੇ, ਔਰ ਉਸ ਤੀਰ ਨੂੰ ਪਾਤਸ਼ਾਹ ਨੇ ਚਲਾਇਆ। ਸਾਹਮਣੇ ਜਿਹੜਾ ਖਾਨ ਸੀ ਉਹਦਾ ਨਿਸ਼ਾਨਾ ਵਿੰਨ ਸਾਧ ਕੇ। ਦੋਹਰਾ ਸਭ ਖਾਨਨ ਸਰਦਾਰ ਵੱਡ ਨਾਮ ਜੋ ਪੀਖਨ ਖਾਨ। ਇਹ ਜਿਹੜਾ ਦੂਸਰਾ ਤੀਰ ਮਹਾਰਾਜ ਜੀ ਨੇ ਚਲਾਇਆ ਨਾ, ਇਹ ਚਲਾਇਆ ਮਹਾਰਾਜ ਜੀ ਨੇ ਨਾ ਖਾਨਾਂ ਦਾ ਸਭ ਤੋਂ ਜਿਹੜਾ ਵੱਡਾ ਜਰਨੈਲ ਸੀ ਭੀਖਨ ਖਾਨ, ਉਹੀ ਬਚਿਆ। ਬਾਕੀ ਨਜਾਬਤ ਖਾਨ ਵੀ ਮਾਰਿਆ ਗਿਆ ਤੇ ਹਯਾਤ ਖਾਨ ਵੀ ਮਾਰਿਆ ਗਿਆ। ਨਜਾਬਤ ਖਾਨ ਨੂੰ ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਨੇ ਮਾਰਿਆ, ਹਯਾਤ ਖਾਨ ਨੂੰ ਮਹੰਤ ਕਿਰਪਾਲ ਦਾਸ ਜੀ ਉਦਾਸੀ ਨੇ ਮਾਰਿਆ। ਭੀਖਨ ਖਾਨ ਖੜਾ ਸਾਹਮਣੇ। ਹੁਣ ਇਹੀ ਇੱਕ ਜਰਨੈਲ ਇਹਨਾਂ ਪਠਾਣਾ ਦਾ ਸਭ ਤੋਂ ਵੱਡਾ, ਮਹਾਰਾਜ ਜੀ ਨੇ ਇਹਦਾ ਨਿਸ਼ਾਨਾ ਤੱਕਿਆ ਹੈ। ਨਿਮਕ ਹਰਾਮੀ ਜਾਨ ਕੈ
ਮਾਰਿਓ ਤੀਖਨ ਬਾਣ। ਇਸ ਨੂੰ ਨਮਕ ਹਰਾਮੀ ਜਾਣ ਕੇ ਵੀ ਗੁਰੂ ਘਰ ਦਾ ਲੂਣ ਖਾ ਕੇ ਗੁਰੂ ਖਿਲਾਫ ਹੀ ਲੜਨ ਖਲੋਤਾ ਹੈ। ਮਹਾਰਾਜ ਜੀ ਨੇ ਤਿੱਖਾ ਤੀਰ ਇਹਦੇ ਵੱਲ ਛੱਡਿਆ, ਚਲਾਇਆ। ਰਸਾਵਲ ਚੰਦ ਮੁਖੰ ਤਾਕ ਮਾਰਾ ਮਨ, ਹਾਂਜੀ, ਮੁਖੰ ਤਾਕ ਮਾਰਾ ਮਨੋ ਨਾਗਕਾਰਾ। ਮਹਾਰਾਜ ਜੀ ਨੇ ਇਹਦੇ ਮੂੰਹ ਦਾ ਨਿਸ਼ਾਨਾ ਲਾ ਕੇ ਤੀਰ ਚਲਾਇਆ। ਕਹਿੰਦੇ ਇਸ ਤਰ੍ਹਾਂ ਤੀਰ ਗਿਆ ਮਾਨੋ ਜਿਵੇਂ ਕਾਲੇ ਰੰਗ ਦਾ ਉੱਡਣਾ ਨਾਗ ਜਾ ਰਿਹਾ ਹੋਵੇ। ਚਲਿਓ ਸ਼ੂਕ ਆਗੇ ਰਿਪੂ ਤਰਾਸ ਲਾਗੇ। ਕਹਿੰਦੇ ਜਦੋਂ ਤੀਰ ਸ਼ੂਕਦਾ ਜਾ ਰਿਹਾ ਨਾ ਤੇ ਵੇਖ ਕੇ ਵੈਰੀਆਂ ਦੇ ਮਨ ਕੰਬ ਰਹੇ ਨੇ, ਉਹਨਾਂ ਦੇ ਹਿਰਦੇ ਡਾਵਾਂ ਡੋਲ ਹੋ ਰਹੇ ਨੇ। ਨਹੀਂ ਠੰਡ ਹੋਵਾ ਪ੍ਰਭੂ ਭੀਮ ਜੋਵਾ। ਸਤਿਗੁਰਾਂ ਦਾ ਐਸਾ ਵੀਰ ਅਸੀਂ ਰੂਪ ਵੇਖ ਕੇ ਭੀਖਣ ਖਾਂ ਦਾ ਹੌਸਲਾ ਨਹੀਂ ਪਿਆ ਵੀ ਖਲੋਤਾ ਰਹੇ। ਉਹ ਦੌੜ ਪਿਆ ਅੱਗੇ ਲੱਗ ਕੇ, ਤੀਰ ਆਉਂਦਾ ਵੇਖ ਕੇ ਨਾ ਵੀ ਮੈਨੂੰ ਵੱਜੇਗਾ, ਉਹਨੇ ਮਹਾਰਾਜ ਜੀ ਵੱਲ ਪਿੱਠ ਕੀਤੀ ਤੇ ਦੌੜਿਆ। ਬਚਿਓ ਆਪ ਭਾਗਿਓ ਤੋ ਰੰਗੈ ਸੋ ਲਾਗਿਓ। ਪਰ ਸਤਿਗੁਰਾਂ ਦਾ ਚਲਾਇਆ ਤੀਰ ਸੀ ਨਿਸ਼ਫਲ ਕਿਵੇਂ ਜਾਂਦਾ? ਆਪ ਤਾਂ ਬਚ ਗਿਆ, ਪਰ ਇਹਦੇ ਘੋੜੇ ਨੂੰ ਜਾ ਕੇ ਤੀਰ ਵੱਜਾ ਤੇ ਘੋੜਾ ਉਸੇ ਵੇਲੇ ਨਾਲ ਹੀ ਚਾਲੇ ਪਾ ਗਿਆ। ਪਰਿਓ ਪਾਰ ਜਾਈ ਗਿਰਿਓ ਜੰਗ ਥਾਈ। ਕਹਿੰਦੇ ਘੋੜੇ ਦੇ ਇਹੋ ਜਿਹਾ ਤੀਰ ਵੱਜਾ ਕਿ ਵੱਜ ਕੇ ਪਾਰਲੇ ਪਾਸੇ ਜਾ ਨਿਕਲਿਆ। ਇਹ ਆਪ ਬਚ ਗਿਆ, ਭੱਜ ਕੇ ਪਾਸੇ ਹੋ ਕੇ ਘੋੜਾ ਇਹਦਾ ਮਾਰਿਆ ਗਿਆ। ਮਰਿਓ ਸੋ ਕੀ ਕਾਨਾ ਚਲਿਓ ਤਿਆਗ ਖਾਨਾ। ਇਹ ਘੋੜਾ ਥੱਲੇ ਡਿੱਗ ਪਿਆ, ਫਿਰ ਵੀ ਨਹੀਂ ਖਲੋਤਾ ਵੀ ਮੇਰਾ ਘੋੜਾ ਮਰ ਗਿਆ ਤੇ ਮਨ 'ਚ ਰੋਸ ਆਇਆ ਹੋਵੇ ਵੀ ਲੜ ਪਵਾਂ। ਫਿਰ ਵੀ ਪੱਬਾਂ ਭਰਨੇ ਹੋ ਕੇ ਭੱਜਣ ਲੱਗਾ। ਗੁਰੂ ਬਾਨ ਆਨਾ ਤਜੇ ਹਾਨ ਖਾਨਾ। ਇਹਨੂੰ ਪਤਾ ਸੀ ਕਿ ਸਤਿਗੁਰਾਂ ਦਾ ਜਿਹੜਾ ਬਾਣ ਹੈ ਜੇ ਆ ਗਿਆ ਮੇਰੇ ਤਾਂ ਹੀ ਇਹਨੇ ਮੇਰੇ ਪ੍ਰਾਣ ਕੱਢ ਲੈਣੇ। ਜਾਣਦਾ ਸੀ ਕਿ ਸਤਿਗੁਰਾਂ ਦੇ ਤੀਰ ਚਲਾਉਣ ਵਿੱਚ ਕੋਈ ਦੂਜਾ ਸਾਨੀ ਨਹੀਂ। ਨੰਦ ਚੰਦ ਛਿਪਰੰਗ ਦਇਆ ਰਾਮ ਬਿਪਰੰਗ। ਇਧਰ ਦੀਵਾਨ ਨੰਦ ਚੰਦ ਜੀ, ਛਿਪਰੰਗ ਦਾ ਮਤਲਬ ਹੁੰਦਾ ਛੇਤੀ ਨਾਲ। ਭਾਈ ਸਾਹਿਬ ਭਾਈ ਦਇਆ ਰਾਮ ਜੀ। ਗੁਰੂ ਕੋਪ ਹੇਰਾ ਸੰਗਰਾਮੰ ਬਡੇਰਾ। ਜਦੋਂ ਸਤਿਗੁਰਾਂ ਨੂੰ ਵੀਰ ਰਸ ਵਿੱਚ ਆਇਆ ਵੇਖਿਆ ਨਾ ਯੋਧਿਆਂ ਨੇ, ਤੇ ਜਿੰਨੇ ਯੋਧੇ ਅੱਗੇ ਨਾਲੋਂ ਵੀ ਦੁੱਗਣੇ ਰੋਹ ਵਿੱਚ ਭਰ ਗਏ। ਇਹਨਾਂ ਅੰਦਰ ਮਾਨੋ ਜਿਵੇਂ ਇੱਕ ਪ੍ਰਕਾਰ ਦਾ ਕਰੰਟ ਭਰ ਗਿਆ ਹੋਵੇ ਔਰ ਬੜੀ ਬਹਾਦਰੀ ਨਾਲ ਫਿਰ ਲੜਨ ਲੱਗੇ। ਪਰੇ ਤਾਏ ਦੋਈ ਹਨੇ ਖਾਨ ਸੋਈ। ਇਹ ਦੋਵੇਂ ਹੀ ਦੌੜੇ ਜਾਂਦੇ ਉਹਨਾਂ ਪਠਾਣਾਂ ਦੇ ਭੇੜ ਦੇ ਵਿੱਚ ਤੇ ਉਹਨਾਂ ਨੂੰ ਵੱਢਦੇ ਜਾ ਰਹੇ ਨੇ, ਕੱਟਦੇ ਜਾ ਰਹੇ ਨੇ। ਪਰਿਓ ਜ਼ੋਰ ਹੱਲਾ ਨਹੀਂ ਜਾਏ ਝੱਲਾ। ਇਹੋ ਜਿਹਾ ਜ਼ੋਰ ਦਾ ਹੱਲਾ ਕੀਤਾ ਕਿ ਪਠਾਣਾਂ ਕੋਲੋਂ ਇਹ ਹੱਲਾ ਝੱਲਿਆ ਨਹੀਂ ਗਿਆ। ਪਰਿਓ ਸ਼ੋਰ ਉੱਚਾ ਸੋ ਦੂਰੇ ਪਹੁੰਚਾ। ਬੜੀ ਦੂਰ ਤੱਕ ਸ਼ੋਰ ਮਚ ਗਿਆ। ਹੁਣ ਕਲਗੀਧਰ ਆਪ ਆਏ ਨੇ ਹੱਲਾ ਕਰਨ ਵਾਸਤੇ, ਹੁਣ ਕਿਹੜਾ ਮੇਰੇ ਪਾਤਸ਼ਾਹ ਦਾ ਹੱਲਾ ਝੱਲ ਸਕੇ। ਕਹਿੰਦੇ ਉਸ ਵੇਲੇ ਦੂਰ ਤੱਕ ਪਠਾਨ ਦੌੜਨ ਲੱਗੇ ਤੇ ਆਵਾਜ਼ ਸੁਣਾਈ ਦੇਣ ਲੱਗੀ ਕਿ ਖਾਨ ਨਾਈ ਰਿਦੇ ਤਰਾਸ ਮਾਈ। ਇਹ ਖਾਨ ਹੁਣ ਟਿਕਦੇ ਨਹੀਂ ਜੰਗ ਦੇ ਮੈਦਾਨ ਵਿੱਚ। ਜਿਹੜੇ ਕਹਿੰਦੇ ਸੀ ਅਸੀਂ ਬੜੇ ਸੂਰਮੇ ਹੁੰਦੇ ਹਾਂ, ਅੱਗੇ ਲੱਗ ਕੇ ਦੌੜ ਪਏ, ਆਪਣੇ ਪੈਰ ਰਣ ਭੂਮੀ ਵਿੱਚ ਨਹੀਂ ਲਾਉਂਦੇ। ਪ੍ਰਹਾਰੇ ਸੋ ਭਾਗੇ ਵੱਡੇ ਕਾਵ ਲਾਗੇ। ਔਰ ਭੱਜੇ ਭੱਜੇ ਵੀ ਇਹਨਾਂ ਨੂੰ, ਜਦੋਂ ਭੱਜੇ ਜਾਂਦੇ ਨੇ ਭੱਜਿਆ ਹੋਇਆਂ ਨੂੰ ਵੀ ਮਾਰਦੇ ਆ, ਵੱਢਦੇ ਆ, ਜੰਗ ਦੇ ਮੈਦਾਨ 'ਚ ਜ਼ਖਮੀ ਹੁੰਦੇ ਹਨ। ਆਇਓ ਜੰਗ ਪਾਰਾ ਨਾ ਜਾਈ ਸਹਾਰਾ। ਇਹੋ ਜਿਹਾ ਭਿਆਨਕ ਜੰਗ ਹੋਇਆ ਵੀ ਹੁਣ ਇਹ ਜੰਗ ਸਹਾਰਿਆ ਨਹੀਂ ਪਿਆ ਜਾਂਦਾ ਦੁਸ਼ਮਣ ਕੋਲੋਂ। ਹਜ਼ਾਰੇ ਸੋ ਜੋਧਾ ਭਜੇ ਤਿਆਗ ਕ੍ਰੋਧਾ। ਮਹਾਰਾਜ ਜੀ ਦੇ ਕੇਵਲ ਗਿਣਤੀ ਦੇ ਸੂਰਮੇ ਨੇ ਤੇ ਦੂਜੇ ਪਾਸੇ ਪਹਾੜੀਏ ਹਜ਼ਾਰਾਂ ਦੀ ਗਿਣਤੀ 'ਚ ਅੱਗੇ ਦੌੜੇ ਹੀ ਜਾਂਦੇ, ਸੂੰਟਾਂ ਵੱਟ ਕੇ ਮੂੰਹ ਤਾਣੇ ਹੋ ਕੇ ਦੌੜੇ ਜਾਂਦੇ ਹਨ। ਮਿਲੇ ਭੂਤ ਪ੍ਰੇਤੰ ਪਖੇ ਮਾਸ ਖੇਤੰ। ਤੇ ਜੰਗ ਦੇ ਮੈਦਾਨ 'ਚ ਸੂਰਮਿਆਂ ਦੀਆਂ ਲਾਸ਼ਾਂ ਦਾ ਖਿੰਡਾਵ ਦੂਰ ਦੂਰ ਤੱਕ ਦਿਸਦਾ ਹੈ। ਬਹੁਤ ਸਾਰੀਆਂ ਜਿਹੜੀਆਂ ਜੰਗਲੀ ਜਾਨਵਰ ਨੇ ਮਾਸ ਭਖਣ ਵਾਲੇ, ਉਹ ਰਣ ਭੂਮੀ ਦੇ ਵਿੱਚ ਆਉਂਦੇ ਆ। ਭੂਤ ਪ੍ਰੇਤ ਨੱਚ ਰਹੇ ਹਨ। ਬੜੀ ਗ੍ਰਿਜ ਬੋਲੇ ਵਿਸਾਲੀ ਕਲੋਲੇ। ਵੱਡੀਆਂ ਵੱਡੀਆਂ ਗਿੱਧਾਂ ਜਿਹੜੀਆਂ ਨੇ ਰਣ ਭੂਮੀ ਦੇ ਵਿੱਚ ਬੋਲਦੀਆਂ ਹਨ। ਮੇਰੇ ਆਨ ਸਿਆਰੰ ਪੁਕਾਰੇ ਪੁਕਾਰੰ। ਗਿੱਦੜ ਤੇ ਗਿੱਦੜੀਆਂ ਆ ਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਪੁਕਾਰਦੇ ਹਨ। ਮਿਲੀ ਜੋਗਨੀਆਂ ਮਹਾਸ਼੍ਰੋਨ ਪੀਆ। 64 ਜੋਗਣੀਆਂ ਆਪ ਆਈਆਂ ਖੱਪਰ ਲੈ ਕੇ, ਸੂਰਮਿਆਂ ਦਾ ਖੂਨ ਆਪਣੇ ਖੱਪਰਾਂ ਵਿੱਚ ਭਰ ਕੇ ਡਕਾਰ ਮਾਰ ਮਾਰ ਕੇ ਪੀਂਦੀਆਂ ਹਨ। ਆਇਓ ਭੀਮ
ਥਾਨਾ ਤਰਸੇ ਬ੍ਰਿੰਦ ਖਾਨਾ। ਕਹਿੰਦੇ ਬੜਾ ਭਿਆਨਕ ਰਣ ਭੂਮੀ ਦਾ ਮਾਹੌਲ ਬਣ ਗਿਆ। ਜਿਹੜੇ ਪਠਾਨ ਨੇ ਵੇਖ ਕੇ ਇੱਕਦਮ ਤਰਸਤ ਹੋ ਗਏ, ਡਰ ਗਏ। ਕਈਆਂ ਨੂੰ ਤਾਂ ਗਛੀਆਂ ਪੈ ਗਈਆਂ ਤੇ ਡਿੱਗ ਪਏ। ਪਰੀ ਲੋਥ ਬ੍ਰਿੰਦਾ ਬਿਲੰਦੇ ਨਿਕੰਦਾ। ਦੂਰ ਤੱਕ ਲਾਸ਼ਾਂ ਹੀ ਲਾਸ਼ਾਂ ਖਿੰਡੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਦੌੜਦਿਆਂ ਦੇ ਉਹਨਾਂ ਦੇ ਵਿੱਚ ਪੈਰ ਅੜਦੇ ਹਨ। ਪ੍ਰਿਥੀ ਸ਼੍ਰੋਣ ਫੈਲਾ ਪਰਿਓ ਐਲ ਪਹਿਲਾ। ਸਾਰੀ ਧਰਤੀ ਦੇ ਉੱਤੇ ਖੂਨ ਹੀ ਖੂਨ, ਮਿੱਝ ਹੀ ਮਿੱਝ ਪਸਰਿਆ ਹੋਇਆ ਨਜ਼ਰ ਆਉਂਦਾ ਹੈ। ਦੋਹਰਾ ਜੀਤ ਮਲ ਕੇ ਤੀਰ ਸੋ ਹਰੀ ਚੰਦ ਮੁਰਝਾਏ। ਇਧਰ ਰਾਜਾ ਹਰੀ ਚੰਦ ਹੰਡੂਰੀਆ, ਜਿਹੜਾ ਭਾਈ ਸਾਹਿਬ ਭਾਈ ਜੀਤ ਮਲ ਜੀ ਦੇ ਤੀਰ ਨਾਲ ਬੇਹੋਸ਼ ਹੋ ਗਿਆ ਸੀ। ਕੱਲ ਦੀ ਕਥਾ ਵਿੱਚ ਆਪ ਜੀ ਨੇ ਸੁਣਿਆ ਕਿ ਭਾਈ ਜੀਤ ਮਲ ਜੀ ਦੇ ਤੀਰ ਨਾਲ ਹਰੀ ਚੰਦ ਰਾਜਾ ਹੰਡੂਰੀਆ ਇਹ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਗਿਆ ਸੀ। ਸਨੇ ਸਨੇ ਲੈ ਚੇਤਨਾ ਦੇਖੇ ਖਾਨ ਪਰਾਏ। ਇਹਨੂੰ ਪੱਖਾ ਚੱਲਦੇ ਰਹੇ। ਜਿਹੜਾ ਜ਼ਖਮ ਹੋਇਆ ਸੀ ਉਹਦੇ ਤੇ ਪੱਟੀ ਲਾਉਂਦੇ ਆ ਔਰ ਇਹਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਕੇ ਹੌਲੇ ਹੌਲੇ ਕਰਕੇ ਇਹਨੂੰ ਹੋਸ਼ ਵਿੱਚ ਲਿਆਂਦਾ। ਉਮੜਿਓ ਆਵਤ ਗੁਰੂ ਦਲ ਜੰਗ ਫਤਿਹ ਕੋ ਪਾਏ। ਇਹ ਹੋਸ਼ ਵਿੱਚ ਆਇਆ ਤੇ ਉੱਠ ਕੇ ਬੈਠਾ ਤੇ ਕੀ ਵੇਖਦਾ ਵੀ ਉਧਰੋਂ ਪਠਾਨ ਦੌੜੇ ਆਉਂਦੇ ਨੇ ਇਹਦੇ ਵਾਲੇ ਪਾਸੇ ਪਿੱਛੇ ਨੂੰ, ਤੇ ਪਿੱਛੇ ਸਤਿਗੁਰਾਂ ਦੀਆਂ ਫੌਜਾਂ ਇਹਨਾਂ ਦੇ ਪਿੱਛੇ ਦੌੜੀਆਂ ਆਉਂਦੀਆਂ ਨੇ। ਇੱਕਦਮ ਹੈਰਾਨ ਹੋ ਗਿਆ। ਇਹਨੇ ਵੇਖਿਆ ਵੀ ਗੁਰੂ ਸਾਹਿਬ ਜੀ ਦੀ ਜਿਹੜੀ ਫੌਜ ਹੈ ਉਹ ਮਾਨੋ ਜੰਗ ਦੇ ਵਿੱਚ ਫਤਿਹ ਪ੍ਰਾਪਤ ਕਰਕੇ ਆ ਗਈ ਹੈ। ਉਹ ਤਾਂ ਜਿੱਤ ਪ੍ਰਾਪਤ ਕਰਕੇ ਆ ਰਹੇ ਹਨ। ਸਹਿ ਨਾ ਸਕਿਓ ਨਿਜ ਹਾਰ ਕੋ ਕਾਵ ਸੁਦ੍ਰਿੜ ਬੰਧਵਾਏ। ਹਰੀ ਚੰਦ ਕੋਲੋਂ ਆਪਣੀ ਹਾਰ ਕਬੂਲ ਨਹੀਂ ਹੋਈ। ਉਹਦੇ ਕੋਲੋਂ ਸਹਿਣ ਨਹੀਂ ਹੋਇਆ ਵੀ ਮੇਰੇ ਸੂਰਮੇ ਸਾਰੇ ਹੀ ਦੌੜੇ ਆਉਂਦੇ ਆ, ਉਹਨਾਂ ਦੇ ਪਿੱਛੇ ਗੁਰੂ ਜੀ ਦੇ ਸੂਰਮੇ ਹਨ, ਉਹ ਤਾਂ ਜਿੱਤ ਗਏ ਸਮਝ ਲਓ, ਉਹ ਤਾਂ ਜੰਗ ਜਿੱਤ ਗਏ, ਫਤਿਹ ਪ੍ਰਾਪਤ ਕਰ ਗਏ। ਹਰੀ ਚੰਦ ਹੋਸ਼ ਵਿੱਚ ਆਉਂਦਾ ਜਦੋਂ ਵੇਖਦਾ, ਇੱਕਦਮ ਇਹਦੇ ਕੋਲੇ ਬਰਦਾਸ਼ਤ ਨਹੀਂ ਹੋਇਆ। ਇਹਨੇ ਆਖਿਆ ਮੇਰਾ ਜ਼ਖਮ ਕੱਸ ਕੇ ਬੰਨ੍ਹ ਦਿਓ, ਮੈਂ ਜੰਗ ਦੇ ਮੈਦਾਨ ਵਿੱਚ ਲੜਾਂਗਾ। ਰਸਾਵਲ ਚੰਦ ਹਰੀ ਚੰਦ ਜੋਧਾ ਉਠਿਓ ਫੇਰ ਕਰੋਧਾ। ਹਰੀ ਚੰਦ ਯੋਧਾ ਬੜੇ ਕ੍ਰੋਧ ਵਿੱਚ ਆ ਕੇ ਬੀਰਸ ਵਿੱਚ ਆ ਕੇ ਉੱਠਿਆ। ਸੰਭਾਰਿਓ ਕੋ ਦੰਡਾ ਸਰੰਗ ਸੰਦ ਛੰਡਾ। ਇਹਨੇ ਆਪਣਾ ਕਠੋਰ ਧਨਖ ਪਕੜਿਆ, ਧਨਖ ਦੇ ਤੰਦੀ ਤੇ ਤੀਰ ਚਾੜ ਕੇ ਛੱਡਣ ਲੱਗਾ। ਉਨੰਗ ਆਨ ਲੀਨੇ ਤਜੇ ਓਜ ਕੀਨੇ। ਔਰ ਜਿਹੜੇ ਉਹ ਖਾਨ ਤੇ ਦੇ ਸੂਰਮੇ ਭੱਜੇ ਆਉਂਦੇ ਸਨ ਉਹਨਾਂ ਨੂੰ ਹੌਸਲਾ ਦੇ ਕੇ ਇਹਨੇ ਰੋਕਿਆ। ਹਰੀ ਚੰਦ ਹੁਣ ਸਤਿਗੁਰਾਂ ਦੇ ਸੂਰਮਿਆਂ ਦੇ ਨਿਸ਼ਾਨੇ ਤੱਕ ਕੇ ਤੀਰ ਚਲਾਉਣ ਲੱਗਾ ਬਲ ਨਾਲ। ਗੁਰੂ ਵੀਰ ਮਾਰੇ ਜੋ ਆਗੇ ਪਧਾਰੇ। ਸਤਿਗੁਰਾਂ ਦੇ ਸੂਰਮੇ ਜਿਹੜੇ ਅੱਗੇ ਤੱਕ ਵੱਧ ਕੇ ਆ ਗਏ ਸਨ, ਇਹਨਾਂ ਵੱਲ ਪਿੱਛੇ ਉਹਨਾਂ ਦੇ ਦੌੜਦੇ ਹਰੀ ਚੰਦ ਨੇ ਆਪਣੇ ਤੀਰਾਂ ਨਾਲ ਮਹਾਰਾਜ ਜੀ ਦੇ ਕਈ ਸੂਰਮੇ ਮਾਰ ਮੁਕਾਏ। ਜਿਸੇ ਅੰਗ ਲਾਗੇ ਤਬੇ ਪ੍ਰਾਨ ਤਿਆਗੇ। ਤੀਰ ਅੰਦਾਜ਼ੀ ਦੀ ਵਿਦਿਆ ਵਿੱਚ ਬੜਾ ਮਾਹਰ ਸੀ ਹਰੀ ਚੰਦ। ਜਦੋਂ ਤੀਰ ਚਲਾਉਂਦਾ ਤੱਕ ਕੇ ਜਿਸ ਵੀ ਸਿੱਖ ਨੂੰ ਮਾਰਦਾ ਉਹਦੇ ਪ੍ਰਾਣ ਕੱਢ ਲੈਂਦਾ ਜਾਂ ਉਹਨੂੰ ਜ਼ਖਮੀ ਕਰਕੇ ਸੁੱਟ ਦਿੰਦਾ। ਸੁਰੰਗ ਲੋਕ ਜਾਵੇਂ ਬਰੇ ਹੂਰ ਆਵੇਂ। ਹਰੀ ਚੰਦ ਦੇ ਚਲਾਏ ਤੀਰਾਂ ਨਾਲ ਜਦੋਂ ਮਹਾਰਾਜ ਜੀ ਦੇ ਸੂਰਮੇ ਸ਼ਹੀਦੀਆਂ ਪਾਉਂਦੇ ਆ, ਉਹ ਦੇਵਪੁਰੀ ਨੂੰ ਜਾ ਬਿਰਾਜਦੇ ਹਨ। ਔਰ ਜਿਨ੍ਹਾਂ ਦੇ ਮਨਾਂ ਵਿੱਚ ਸੁੱਖ ਦੀ ਆਸ ਹੈ ਉਹ ਦੇਵਪੁਰੀਆਂ ਵਿੱਚ ਜਾ ਪਹੁੰਚਦੇ ਨੇ। ਹੁਣ ਹੂਰਾਂ ਸਰਵਣਤ ਬੀਜ ਨੂੰ ਘੱਤ ਘੇਰ ਖਲੋਈਆਂ, ਲਾੜਾ ਦੇਖਣ ਲਾੜੀਆਂ ਚੌਗਿਰਦਾ ਹੋਈਆਂ। ਕਹਿੰਦੇ ਉਹ ਆਣ ਕੇ ਇਹਨਾਂ ਨੂੰ ਭਰ ਕੇ ਬਰੰਗਣਾ ਲੈ ਜਾਂਦੀਆਂ ਹਨ। ਤਉ ਵੀਰ ਪਾਰੇ ਮਾਰੇ ਨਾ ਪਿਛਾਰੇ। ਪਰ ਫਿਰ ਵੀ ਸਤਿਗੁਰਾਂ ਦੇ ਯੋਧੇ ਪਿੱਛੇ ਨਹੀਂ ਭੇਟਦੇ। ਹਰੀ ਚੰਦ ਤੀਰ ਮਾਰੀ ਜਾ ਰਿਹਾ ਹੈ, ਸਿੱਖ ਯੋਧੇ ਅਨੇਕਾਂ ਸ਼ਹੀਦ ਹੋ ਰਹੇ ਨੇ, ਪਰ ਉਹ ਪਿੱਛੇ ਨਹੀਂ ਮੁੜੇ, ਪਿੱਛੇ ਨਹੀਂ ਹਟੇ, ਫਿਰ ਵੀ ਬਹਾਦਰੀ ਨਾਲ ਲੜਦੇ ਰਹੇ। ਹਲੰਗ ਹਾਲ ਕਾਲੇ ਅੱਗੇ ਪਾਏ ਡਾਲੇ। ਹੱਲਾ ਕਰਦਿਆਂ ਹੋਇਆਂ ਆਪਣੇ ਪੈਰ ਅੱਗੇ ਵਧਾਉਂਦੇ ਆ ਰਹੇ ਹਨ। ਹਰੀ ਚੰਦ ਹੇਰੇ ਸੋ ਕੋਪਿਓ ਕਨੇਰੇ। ਹਰੀ ਚੰਦ ਬੜਾ ਗੁੱਸੇ ਵਿੱਚ ਆਇਆ ਵੀ ਮੇਰੇ ਚਲਾਏ ਤੀਰਾਂ ਕਰਕੇ ਵੀ ਇਹ ਨਹੀਂ ਪੇ ਰੁਕਦੇ। ਸੰਦੇ ਬਾਨ ਦੋ ਕਰੇ ਓਜ ਸੋ
ਇਹਨੇ ਦੋ ਦੋ ਤੀਰ ਤੰਦੀ ਤੇ ਚਾੜ ਕੇ ਚਲਾਣੇ ਸ਼ੁਰੂ ਕਰ ਦਿੱਤੇ। ਦੋ ਦੋ ਤੀਰ ਚਲਾ ਕੇ ਮਾਰਨ ਲੱਗਾ ਅਤੇ ਇੱਕ ਬਾਰੀ ਲਗੇ ਹੋਏ ਪਾਰੀ। ਕਹਿੰਦੇ ਜਦੋਂ ਦੋ ਦੋ ਤੀਰ ਚਲਾਉਂਦਾ ਹੁਣ ਉਹ ਦੋ ਦੋ ਸੂਰਮਿਆਂ ਨੂੰ ਜਾ ਕੇ ਵੱਜਦੇ ਨੇ, ਜਿਹਨੂੰ ਵੱਜਦੇ ਨੇ ਤੀਰ ਪਾਰ ਜਾ ਨਿਕਲਦੇ ਨੇ। ਪਟੰਗ ਹੈ ਕਿ ਘੋਰਾ ਪ੍ਰਹਾਰੇ ਸੋ ਜੋਰਾ। ਇਹਦੇ ਤੀਰਾਂ ਅੱਗੇ ਭਾਵੇਂ ਕੋਈ ਸੂਰਮਾ ਆ ਜਾਏ ਤੇ ਭਾਵੇਂ ਕੋਈ ਘੋੜਾ ਆ ਜਾਏ, ਉਹਨੂੰ ਜਾ ਕੇ ਵੱਜ ਕੇ ਤੀਰ ਪਾਰ ਜਾਰ ਨਿਕਲਦਾ ਹੈ। ਤਨੰਗ ਫੋਰ ਦੇਤਾ ਗਿਰੇ ਜੰਗ ਖੇਤਾ। ਬਹੁਤ ਸਾਰੇ ਸੂਰਮਿਆਂ ਯੋਧਿਆਂ ਦੇ ਤਾਨੇ ਨੇ ਫੋੜ ਦਿੱਤੇ ਨੇ। ਰਣ ਭੂਮੀ 'ਚ ਯੋਧੇ ਡਿੱਗਣ ਲੱਗੇ ਨੇ ਭਵਾਰੀਆਂ ਲੈ ਕੇ। ਉਠੇ ਪੈ ਨਾ ਸੋਈ ਮਹਾ ਨੀਂਦ ਸੋਈ। ਜਿਹੜੇ ਡਿੱਗ ਪਏ ਮੁੜ ਕੇ ਨਹੀਂ ਉੱਠੇ, ਮਾਨੋ ਜਿਵੇਂ ਸਦਾ ਦੀ ਨੀਂਦੇ ਸੌਂ ਗਏ ਹੋਣ। ਗੁਰੂ ਹੇਰ ਤਾਂ ਕੋ ਬੜੋ ਵੀਰ ਬਾਂਕੋ। ਕਲਗੀਧਰ ਨੇ ਮਹਾਰਾਜ ਜੀ ਪਹਿਲਾਂ ਹੀ ਵੇਖ ਰਹੇ ਸੀ ਵੀ ਕੋਈ ਇਹੋ ਜਿਹਾ ਸੂਰਮਾ ਹੋਵੇ ਜਿਹਦੇ ਨਾਲ ਅਸੀਂ ਭੇਡ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਆਹ ਇੱਕ ਸੂਰਮਾ ਜ਼ਰੂਰ ਪਹਾੜੀਆਂ ਵਿੱਚ ਨਜ਼ਰ ਆਉਂਦਾ, ਜਿਹੜਾ ਸਾਡੇ ਨਾਲ ਲੜਨ ਦੇ ਲਾਇਕ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਹਰੀ ਚੰਦ ਨੂੰ ਵੇਖਿਆ ਵੀ ਇਹ ਸੂਰਮਾ। ਗਏ ਤਾਹੇ ਆਗੇ ਜਿਸੇ ਕੋਪ ਜਾਗੇ। ਪਾਤਸ਼ਾਹ ਘੋੜਾ ਲੈ ਕੇ ਆਇਆ ਹਰੀ ਚੰਦ। ਉੱਥੇ ਅੱਜ ਕੱਲ ਗੁਰਦੁਆਰਾ ਹੈ ਤੀਰਗੜੀ ਸਾਹਿਬ, ਜਿੱਥੇ ਮਹਾਰਾਜ ਜੀ ਨੇ ਹਰੀ ਚੰਦ ਨੂੰ ਮਾਰਿਆ। ਕਹਿੰਦੇ ਘੋੜਾ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਆਏ, ਹਰੀ ਚੰਦ ਦੇ ਅੱਗੇ ਆ ਕੇ ਖਲੋ ਗਏ, ਹਰੀ ਚੰਦ ਨੂੰ ਵੰਗਾਰਿਆ। ਹਰੀ ਚੰਦ ਦੇਖੈ ਪ੍ਰਭੂ ਜੀ ਪਰੇਖੈ। ਹਰੀ ਚੰਦ ਨੇ ਵੇਖਿਆ ਕਲਗੀਧਰ ਪਾਤਸ਼ਾਹ ਵੱਲ, ਕਲਗੀਧਰ ਨੇ ਰਾਜੇ ਹਰੀ ਚੰਦ ਵੱਲ ਤੱਕਿਆ। ਤਬੇ ਤਾਨ ਬਾਨੰ ਬਲੀ ਵੀਰ ਜਵਾਨੰ। ਬੜੇ ਬਲੀ ਵੀਰ ਜਵਾਨ ਉਸ ਵੇਲੇ ਤੀਰ ਚਲਾਉਣ ਲੱਗੇ। ਗੁਰੂ ਔਰ ਮਾਰਾ ਮਨੋ ਆਏ ਮਾਰਾ। ਹਰੀ ਚੰਦ ਨੇ ਤੀਰ ਦਾ ਨਿਸ਼ਾਨਾ ਸੇਧਿਆ ਔਰ ਉਹ ਤੀਰ ਕਲਗੀਧਰ ਦਾ ਨਿਸ਼ਾਨਾ ਲਾ ਕੇ ਚਲਾਇਆ। ਉਹ ਤੀਰ ਮਹਾਰਾਜ ਜੀ ਵੱਲ ਆਇਆ। ਗਇਓ ਹੱਥ ਠਾਗਾ ਹਯੰ ਅੰਗ ਲਾਗਾ। ਕਹਿੰਦੇ ਜਦੋਂ ਤੀਰ ਹਰੀ ਚੰਦ ਨੇ ਚਲਾਇਆ ਨਾ ਤੇ ਉਹਦਾ ਘੋੜਾ ਥੱਲੇ ਥੋੜਾ ਜਿਹਾ ਹਿੱਲ ਗਿਆ ਤੇ ਹੱਥ ਹਿੱਲ ਗਿਆ ਹਰੀ ਚੰਦ ਦਾ। ਜਦੋਂ ਹੱਥ ਲਿਆ ਤੇ ਉਹ ਤੀਰ ਮਹਾਰਾਜ ਜੀ ਦੇ ਲੱਗਣ ਦੀ ਬਜਾਏ ਸਤਿਗੁਰਾਂ ਦੇ ਘੋੜੇ ਨੂੰ ਜ਼ਖਮੀ ਕਰ ਗਿਆ। ਕਛੂ ਕਾਵ ਥੋਰਾ ਪ੍ਰਭੂ ਕੇਰ ਕੋਰਾ। ਮਹਾਰਾਜ ਜੀ ਦੇ ਘੋੜੇ ਨੂੰ ਥੋੜਾ ਜਿਹਾ ਜ਼ਖਮ, ਜ਼ਿਆਦਾ ਜ਼ਖਮ ਨਹੀਂ ਲੱਗਾ। ਉਸ ਤੀਰ ਨਾਲ ਥੋੜਾ ਜਿਹਾ ਜ਼ਖਮ ਮਹਾਰਾਜ ਜੀ ਦੇ ਘੋੜੇ ਨੂੰ ਹੋਇਆ। ਮਹਾਰਾਜ ਜੀ ਨੇ ਵੇਖਿਆ ਤਿਮੰਗ ਬੇਗ ਧਾਰੇ ਸੋ ਪੀਰਾ ਸਹਾਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਉਹ ਆਪਣੇ ਘੋੜੇ ਨੂੰ ਹੌਸਲਾ ਦਿੱਤਾ, ਮਾਨੋ ਉਹਦੇ ਸਿਰ ਤੇ ਹੱਥ ਰੱਖ ਕੇ ਉਸ ਪੀੜਾ ਨੂੰ ਘੋੜੇ ਨੇ ਸਹਾਰ ਲਿਆ। ਰਿਸਿਓ ਸੈਲ ਰਾਜਾ ਸਰਿਓ ਨਾਹਿ ਕਾਜਾ। ਹਰੀ ਚੰਦ ਬੜਾ ਗੁੱਸੇ 'ਚ ਆਇਆ ਵੀ ਮੇਰਾ ਤੀਰ ਨਿਸ਼ਫਲ ਚਲਾ ਗਿਆ, ਘੋੜਾ ਵੀ ਨਹੀਂ ਮਰਿਆ, ਉਹ ਕੇਵਲ ਜ਼ਖਮੀ ਹੋਇਆ। ਇਹ ਅੱਗੇ ਨਾਲੋਂ ਦੁੱਗਣੇ ਰੋਸ ਵਿੱਚ ਆਇਆ, ਇਹਨੇ ਦੂਜਾ ਤੀਰ ਸੰਭਾਲਿਆ। ਲਇਓ ਬਾਨ ਆਨਾ ਸੋਚਾਂ ਪੰਗ ਸਧਾਨਾ। ਰਾਜੇ ਹਰੀ ਚੰਦ ਹੰਡੂਰੀਏ ਨੇ ਉਸ ਵੇਲੇ ਦੂਜਾ ਤੀਰ ਕੱਢਿਆ, ਉਹਨੂੰ ਆਪਣੀ ਕਮਾਨ ਦੀ ਤੰਦੀ ਤੇ ਚਾੜਿਆ। ਗੁਰੂ ਵੀਰ ਭਾਰੀ ਨਿਹਾਰੇ ਅਗਾਰੀ। ਸਤਿਗੁਰੂ ਮਹਾਨ ਵੀਰ ਯੋਧੇ ਨੇ। ਮਹਾਰਾਜ ਜੀ ਨਹੀਂ ਹੱਲੇ ਸਾਹਮਣੇ ਪਾਤਸ਼ਾਹ ਖਲੋਤੇ ਵੇਖਦੇ ਨੇ ਰਾਜਾ ਹਰੀ ਚੰਦ ਕਿਵੇਂ ਤੀਰ ਚਲਾਉਂਦਾ। ਬਨਾਏ ਨਿਸ਼ਾਨਾ ਤਜਿਓ ਤੀਖ ਬਾਨਾ। ਇਹਨੇ ਸਤਿਗੁਰਾਂ ਦਾ ਨਿਸ਼ਾਨਾ ਸ਼ਿਸਤ ਬੰਨੀਆ, ਪੂਰੀ ਨਿਸ਼ਾਨਾ ਸੇਧਿਆ ਔਰ ਉਸ ਵਕਤ ਮਹਾਰਾਜ ਜੀ ਦੇ ਉੱਤੇ ਤੀਰ ਚਲਾਇਆ। ਗਇਓ ਹੱਥ ਹਾਲੀ ਪਇਓ ਵਾਰ ਖਾਲੀ। ਦੂਜੀ ਵਾਰ ਫੇਰ ਇਹਦਾ ਹੱਥ ਹਿੱਲ ਗਿਆ ਔਰ ਉਹ ਤੀਰ ਖਾਲੀ ਨਿਕਲ ਗਿਆ। ਛੁਇਓ ਸ਼੍ਰੋਣ ਸੰਗਾ ਪਰਿਓ ਸੋਖ ਤੰਗਾ। ਮਹਾਰਾਜ ਜੀ ਦਾ ਜਿਹੜਾ ਕੰਨ ਹੈ ਨਾ, ਕੰਨ ਦੇ ਕੋਲੋਂ ਛੂ ਕੇ ਨਿਕਲ ਗਿਆ ਉਹ ਤੀਰ ਪਾਰਲੇ ਪਾਸੇ ਤੇ ਜ਼ਮੀਨ ਤੇ ਡਿੱਗ ਪਿਆ। ਇਹਦਾ ਜ਼ਿਕਰ ਗੁਰਦੇਵ ਨੇ ਆਪਣੀ ਬਾਣੀ ਵਿੱਚ ਤਰਨਾਟਕ ਵਿੱਚ ਕੀਤਾ। ਕਹਿੰਦੇ ਮਹਾਰਾਜ ਜੀ ਦੇ ਹਰੀ ਚੰਦ ਮਾਰੇ ਸੋ ਜੋਧਾ ਲਤਾਰੇ, ਕਰੰਗ ਲੈ ਕਮਾਣੰ ਹਨੰਗ ਬਾਣ ਤਾਣੰ। ਕਹਿੰਦੇ ਹੱਥ ਵਿੱਚ ਕਮਾਨ ਲੈ ਕੇ ਬੜੀ ਬਹਾਦਰੀ ਨਾਲ ਤੀਰ ਚਲਾਇਆ। ਪਹਿਲਾ ਤੀਰ ਚਲਾਇਆ, ਘੋੜਾ ਜ਼ਖਮੀ ਹੋਇਆ। ਦੂਜਾ ਤੀਰ ਚਲਾਇਆ, ਹੱਥ ਹਿੱਲਿਆ, ਮਹਾਰਾਜ ਜੀ ਦੇ ਕੰਨ ਦੇ ਨਾਲੋਂ ਛੂ ਕੇ ਤੀਰ ਨਿਕਲ ਗਿਆ। ਕਛੂ ਕਾਵ ਹੋਵਾ ਲਹੂ ਬ੍ਰਿੰਦ ਜੋਵਾ। ਕਹਿੰਦੇ ਕੰਨ ਤੇ ਜਿਵੇਂ ਮਾੜੀ ਜੀ ਝਰੀਂਟ ਜੀ ਨਹੀਂ ਲੱਗਦੀ,
ਉਹ ਮਹਾਰਾਜ ਜੀ ਦੇ ਕੰਨ ਨੂੰ ਲੱਗੀ ਤੇ ਥੋੜੀ ਜੀ ਲਹੂ ਦੀ ਇੱਕ ਬੂੰਦ ਉਹ ਮਹਾਰਾਜ ਜੀ ਦੇ ਕੰਨ ਚੋਂ ਸਿੰਮੀ। ਹਰੀ ਚੰਦ ਹੇਰੇ ਬਿਸਮਿਓ ਕਨੇਰੇ। ਹਰੀ ਚੰਦ ਵੇਖਦਾ ਤੇ ਹੈਰਾਨ ਹੋ ਰਿਹਾ ਵੀ ਮੇਰਾ ਦੂਜਾ ਤੀਰ, ਇਹਦਾ ਕਦੇ ਕੋਈ ਤੀਰ ਨਿਸ਼ਾਨੇ ਤੋਂ ਬਿਨਾਂ ਨਿਕਲਿਆ ਹੀ ਨਹੀਂ ਸੀ। ਕਹਿੰਦਾ ਮੇਰਾ ਦੂਜਾ ਤੀਰ ਵੀ ਨਿਸ਼ਫਲ ਚਲਾ ਗਿਆ। ਲਗੇ ਤੀਰ ਨਾਈ ਪਇਓ ਮੋਹਿ ਕਾਈ। ਕਹਿੰਦਾ ਮੈਨੂੰ ਹੋ ਕੀ ਗਿਆ, ਮੇਰਾ ਤੀਰ ਲੱਗ ਕਿਉਂ ਨਹੀਂ ਰਿਹਾ ਇਹਨਾਂ ਦੇ। ਪਹਿਲਾ ਤੀਰ ਵੀ ਨਿਸ਼ਫਲ, ਦੂਜਾ ਵੀ ਨਿਸ਼ਫਲ ਚਲਾ ਗਿਆ। ਤੁਰੰਗੇ ਨਾ ਮਾਰਾ ਨਾ ਸ਼ਤਰੂ ਸੰਘਾਰਾ। ਇਹਨਾਂ ਨੂੰ ਤਾਂ ਗੁਰੂ ਜੀ ਨੂੰ ਤਾਂ ਕੀ ਮਾਰਨਾ ਸੀ, ਉਹਨਾਂ ਦਾ ਘੋੜਾ ਵੀ ਨਹੀਂ ਮਾਰ ਸਕਿਆ ਮੈਂ। ਕਹਿੰਦੇ ਨਾ ਗੁਰੂ ਜੀ ਮਾਰੇ ਜਾ ਸਕੇ ਨੇ ਮੇਰੇ ਕੋਲੋਂ। ਜੋ ਵਿਦਿਆ ਕਮਾਈ ਨਹੀਂ ਕਾਮ ਆਈ। ਜਿਹੜੀ ਮੈਂ ਵਿਦਿਆ ਕਮਾਈ ਆ ਤੀਰ ਅੰਦਾਜ਼ੀ ਦੀ, ਉਹ ਮੇਰੀ ਇੱਥੇ ਕੰਮ ਕਿਉਂ ਨਹੀਂ ਪਈ ਆਉਂਦੀ। ਮਾਨੋ ਜਿਵੇਂ ਮੇਰੀ ਵਿਦਿਆ ਦੇ ਉੱਤੇ ਕਿਸੇ ਨੇ ਆ ਕੇ ਅੰਕੁਸ਼ ਲਾ ਦਿੱਤਾ ਹੋਵੇ। ਗੁਰੂ ਸਾਵਧਾਨਾ ਅਡੋਲੰ ਨਿਸ਼ਾਨਾ। ਹਾਲਾਂਕਿ ਸਤਿਗੁਰੂ ਜੀ ਹਿੱਲੇ ਵੀ ਨਹੀਂ ਆਪਣੀ ਜਗ੍ਹਾ ਤੋਂ, ਉਹ ਤਾਂ ਅਡੋਲ ਇੱਕ ਜਗ੍ਹਾ ਤੇ ਖਲੋਤੇ ਰਹੇ। ਮੇਰਾ ਹੀ ਤੀਰ ਉਹਨਾਂ ਨੂੰ ਜਾ ਕੇ ਨਹੀਂ ਵੱਜਾ। ਬੜਾ ਹੈਰਾਨ ਹੋ ਰਿਹਾ ਵੀ ਅਡੋਲ ਖਲੋਤੇ ਨੇ, ਸਾਵਧਾਨ ਹੋ ਕੇ ਖਲੋਤੇ ਨੇ, ਉਹ ਆਪਣੀ ਜਗ੍ਹਾ ਤੋਂ ਇੱਧਰ ਉੱਧਰ ਨਹੀਂ ਹੋਏ, ਪਰ ਮੇਰਾ ਤੀਰ ਫਿਰ ਵੀ ਉਹਨਾਂ ਦੇ ਉੱਤੇ ਜਾ ਕੇ ਨਹੀਂ ਲੱਗਾ। ਕਉ ਮੈਂ ਨਹਾਨਾ ਰਿਓ ਤਾਰ ਪ੍ਰਾਨਾ। ਕਹਿੰਦੇ ਫਿਰ ਵੀ ਮੈਂ ਨਹੀਂ ਮਾਰ ਸਕਿਆ। ਦੋ ਵਾਰੀ ਉਹ ਮੇਰੇ ਸਾਹਮਣੇ ਖਲੋਤੇ ਰਹੇ, ਤੀਰ ਮਾਰੇ, ਮੇਰਾ ਹੱਥ ਹਿੱਲਦਾ ਰਿਹਾ, ਉਹ ਨਹੀਂ ਹਿੱਲੇ, ਮੈਂ ਉਹਨਾਂ ਨੂੰ ਨਹੀਂ ਮਾਰ ਸਕਿਆ। ਵਿਚਾਰੈ ਉਦਾਰਾ ਮਨੋ ਜੁਧ ਹਾਰਾ। ਸੋਚਦਾ ਮਨ ਹੀ ਮਨ, ਇਹ ਹੋ ਕੀ ਗਿਆ। ਮਾਨੋ ਜਿਵੇਂ ਹਰੀ ਚੰਦ ਨੂੰ ਸੁੱਝ ਗਿਆ ਵੀ ਇਹ ਜੰਗ ਮੈਂ ਹਾਰ ਚੁੱਕਾ ਹਾਂ, ਇਹ ਜੰਗ ਸਾਡੀ ਹਾਰ ਵਾਲੇ ਪਾਸੇ ਜਾ ਚੁੱਕੀ ਹੈ। ਇਹ ਸੋਝੀ ਹਰੀ ਚੰਦ ਨੂੰ ਹੋ ਰਹੀ ਹੈ। ਪੁਨੰ ਦੇਖ ਨੈਣਾ ਲਾਇਓ ਬਾਨ ਪੈਨਾ। ਇਹਨੇ ਫੇਰ ਉਸ ਵੇਲੇ ਮਹਾਰਾਜ ਜੀ ਵੱਲ ਨੇਤਰ ਕੀਤੇ ਨੇ, ਔਰ ਤੀਜਾ ਬਾਣ, ਤੀਜਾ ਤਿੱਖਾ ਤੀਰ ਲਿਆ। ਤਕਿਓ ਬੀਚ ਛਾਤੀ ਲਗੇ ਪ੍ਰਾਨ ਕਾਤੀ। ਇਹਨੇ ਤੀਜਾ ਤੀਰ ਮਹਾਰਾਜ ਜੀ ਦੀ ਛਾਤੀ ਦਾ ਨਿਸ਼ਾਨਾ ਲਾ ਕੇ, ਛਾਤੀ ਦੀ ਸੇਧ ਲਾ ਕੇ ਉਸ ਵੇਲੇ ਤੀਰ ਚਲਾਇਆ। ਕਰਿਓ ਓਜ ਛੋਰਾ ਚਲਿਓ ਸ਼ੂਕ ਘੇਰਾ। ਇਹਨੇ ਬਲ ਨਾਲ ਤੀਰ ਚਲਾਇਆ ਵੀ ਇਹਦੀ ਇੱਛਾ ਸੀ ਵੀ ਇਸ ਤੀਰ ਨਾਲ ਮੈਂ ਇਹਨਾਂ ਦੇ ਪ੍ਰਾਣ ਕੱਢ ਲਵਾਂ। ਕਹਿੰਦੇ ਬੜਾ ਸ਼ੌਂਕਦਾ ਹੋਇਆ ਤੀਰ ਹਰੀ ਚੰਦ ਦਾ ਚੱਲ ਕੇ ਆਇਆ। ਬੁੱਤੀ ਬੰਦ ਪੇਟੀ ਚਾਹੂ ਔਰ ਲਪੇਟੀ। ਮਹਾਰਾਜ ਜੀ ਨੇ ਆਪਣੇ ਕਮਰ ਕੱਸੇ ਦੇ ਨਾਲ ਇੱਕ ਚਮੜੇ ਦੀ ਪੇਟੀ ਲਪੇਟੀ ਹੋਈ ਸੀ ਚਾਰੇ ਪਾਸੇ ਪੇਟ ਦੇ। ਉਹਦਾ ਪੇਟੀ ਦਾ ਮਾਨੋ ਜਿਵੇਂ ਕਮਰ ਕੱਸਾ ਲਾਇਆ ਹੋਇਆ ਸੀ। ਸਰੰਗ ਅੰਗ ਕਾਤੀ ਲਗਿਓ ਬੀਚ ਛਾਤੀ। ਕਹਿੰਦੇ ਉਸ ਵੇਲੇ ਉਹ ਜਿਹੜਾ ਤੀਰ ਸੀ ਚੱਲ ਕੇ ਉਸ ਪੇਟੀ ਦੇ ਕੋਲ ਆਇਆ। ਤਹਾਂ ਦਵਾਲ ਭਾਥਾ ਸੋ ਪੇਟੀ ਕੇ ਸਾਥਾ। ਮਹਾਰਾਜ ਜੀ ਦਾ ਜਿਹੜਾ ਤੀਰਾਂ ਦੇ ਪੱਥੇ ਦੀ ਪੇਟੀ ਹੁੰਦੀ ਹੈ, ਉਹ ਮਹਾਰਾਜ ਜੀ ਦੇ ਕਹਿੰਦੇ ਪੇਟ ਦੇ ਨਾਲ ਹੀ, ਉਹ ਛਾਤੀ ਦੇ ਨਾਲ ਲਪੇਟੀ ਹੋਈ ਹੈ। ਗਇਓ ਬੇਦ ਦੋ ਚੁਬਿਓ ਚਰਮ ਸੋ। ਕਹਿੰਦੇ ਤੀਰ ਵੇਖੋ ਕਿੰਨੀ ਤੇਜ਼ੀ ਨਾਲ ਆਇਆ ਹੋਵੇਗਾ। ਦੋ ਪੇਟੀਆਂ ਨੇ ਚਮੜੇ ਦੀਆਂ, ਇੱਕ ਥੱਲੇ ਮਹਾਰਾਜ ਜੀ ਨੇ ਲਾਈ ਹੋਈ, ਉੱਪਰਲੇ ਪਾਸੇ ਜਿਹੜੀ ਤੀਰਾਂ ਦੇ ਪੱਥੇ ਦੀ ਪੇਟੀ ਹੁੰਦੀ ਆ ਉਹ ਵੀ। ਉਹਨਾਂ ਦੋਨਾਂ ਪੇਟੀਆਂ ਨੂੰ ਉਹ ਤੀਰ ਚੀਰ ਕੇ ਅੰਦਰ ਚਲਾ ਗਿਆ। ਗੁਰੂ ਕਾਢ ਗੇਰਾ ਕਇਓ ਤਾਹੇ ਬੇਰਾ। ਤੇ ਕਹਿੰਦੇ ਉਹ ਪਾਤਸ਼ਾਹ ਦੇ ਪੇਟ ਦੇ ਵਿੱਚ ਨਾ ਥੋੜੀ ਜੀ ਤੀਰ ਦੀ ਜਿਹੜੀ ਚੁੰਝ ਹੁੰਦੀ ਅਗਲੀ ਬੁਖੀ, ਉਹ ਮਹਾਰਾਜ ਜੀ ਦੇ ਪੇਟ ਦੇ ਵਿੱਚ ਵੱਜੀ। ਉਸ ਵਕਤ ਉਹ ਖਿੱਚ ਕੇ ਤੀਰ ਮਹਾਰਾਜ ਜੀ ਨੇ ਜੰਗ ਦੇ ਮੈਦਾਨ 'ਚ ਸੁੱਟਦਿਆਂ ਹਰੀ ਚੰਦ ਨੂੰ ਵੰਗਾਰ ਕੇ ਬੋਲੇ, ਕਹਿਣ ਲੱਗੇ ਦੋਹਰਾ ਸਾਧ ਸਾਧ ਬਲ ਤੋਹੇ ਕੋ। ਜਿਸ ਪਰ ਤਰਤ ਗੁਮਾਨ। ਮਹਾਰਾਜ ਜੀ ਕਹਿੰਦੇ ਓ ਸ਼ਾਬਾਸ਼ ਹੈ ਤੇਰੇ, ਸ਼ਾਬਾਸ਼, ਆ ਬਲ ਹੈ ਤੇਰਾ, ਤੂੰ ਇਹਦੇ ਤੇ ਮਾਣ ਕਰਦਾ, ਆਪਣੀ ਬਹਾਦਰੀ ਤੇ ਇਹਦਾ ਹੰਕਾਰ ਕਰਦਾ। ਵਿਦਿਆ ਸੀਖੀ ਇਤ ਕਈ ਕਹਾਂ ਓਜ ਤਜਬਾਨ। ਕਹਿੰਦੇ ਸਨ ਵੀ ਤੂੰ ਬੜੀ ਵਿਦਿਆ ਸਿੱਖੀ ਆ ਤੀਰ ਚਲਾਉਣ ਦੀ, ਕਿੱਥੇ ਗਈ ਵੀ ਤੇਰੀ ਵਿਦਿਆ ਹੁਣ? ਤੇਰੇ ਤੀਰ ਚਲਾਉਣ ਦੀ ਵਿਦਿਆ ਕਿੱਥੇ ਚਲੀ ਗਈ? ਤੀਰ ਮਾਰਦਾ ਕਿੱਧਰ ਹੈ, ਜਾਂਦੇ ਕਿੱਧਰ ਹਨ? ਸ਼ਤਰੂ ਹਤਨ ਤੋ ਕਿਤਰਿਓ ਕਾਵ
ਤਨਕ ਨੈ ਪਾਏ। ਤੂੰ ਆਪਣੇ ਦੁਸ਼ਮਣ ਨੂੰ ਆਪਣੇ ਤੀਰਾਂ ਨਾਲ ਮਾਰਨਾ ਤਾਂ ਕਿਤੇ ਸੀ, ਤੂੰ ਤਾਂ ਥੋੜਾ ਜਿੰਨਾ ਜ਼ਖਮ ਵੀ ਨਹੀਂ ਦੇ ਸਕਿਆ। ਕਹਾਂ ਕਰੇ ਵਿਸ਼ਵਾਸ ਕੋ ਲਿਓ ਵਿਜੇ ਕਰ ਆਏ। ਐ ਹਰੀ ਚੰਦ, ਤੂੰ ਕਿਸ ਵਿਦਿਆ ਦਾ ਵਿਸ਼ਵਾਸ ਕਰਕੇ ਆਇਆ ਸੀ? ਕਿਸ ਵਿਦਿਆ ਦਾ ਵਿਸ਼ਵਾਸ ਕਰਕੇ ਆਇਆ ਸੀ ਵੀ ਮੈਂ ਜਿੱਤ ਕੇ ਘਰ ਵਾਪਸ ਪਰਤਾਂਗਾ? ਆਹ ਵਿਦਿਆ, ਆਹ ਤੀਰ ਚਲਾਉਣ ਦੇ ਉੱਤੇ ਭਰੋਸਾ ਰੱਖ ਕੇ ਤੂੰ ਜਿੱਤ ਦੀ ਆਸ ਰੱਖ ਕੇ ਘਰ ਪਰਤਣਾ ਚਾਹੁੰਦਾ? 3 ਵਾਰ ਤੈਂ ਕਰ ਚੁੱਕਿਓ ਅਬ ਦੇਹੋ ਮੇਰੋ ਵਾਰ। ਮਹਾਰਾਜ ਕਹਿੰਦੇ ਹਰੀ ਚੰਦ, 1 ਨਹੀਂ 2 ਨਹੀਂ 3 ਵਾਰ ਤੈਨੂੰ ਅਸੀਂ ਕਰਨ ਦਾ ਮੌਕਾ ਦਿੱਤਾ। 3 ਵਾਰ ਤੂੰ ਕਰ ਹਟਿਆ, ਹੁਣ ਸਾਡਾ ਵਾਰ ਵੀ ਦੇ। ਹਾਲਾਂਕਿ ਨਿਯਮ ਇਹ ਕਹਿੰਦਾ ਪਹਿਲੇ ਤੇਰੇ ਵਾਰ ਤੋਂ ਬਾਅਦ ਦੂਜੀ ਸਾਡੀ ਵਾਰੀ ਸੀ, ਪਰ ਅਸੀਂ ਤੇਰਾ ਦੂਜਾ ਵਾਰ ਵੀ ਵੇਖਿਆ, ਤੀਜਾ ਵੀ ਵੇਖ ਲਿਆ, ਤੇ 3 ਹੀ ਵੇਖੀਦੇ ਨੇ ਫਿਰ ਗੁਰੂ ਘਰ ਵਿੱਚ। ਤੇ ਕਹਿੰਦੇ ਹੁਣ ਸਾਡਾ ਵਾਰ ਕਰਨ ਦਾ ਵੇਲਾ, ਹੁਣ ਸਾਡਾ ਵਾਰ ਦੇ ਕੇ ਜਾਈ। ਦੇਖੋ ਵਿਦਿਆ ਤਨੁਖ ਕੀ ਜਿਮ ਪਟ ਕਰੇ ਉਚਾਰ। ਹਰੀ ਚੰਦ, ਤੈਨੂੰ ਅਸੀਂ ਆਪਣਾ ਤੀਰ ਚਲਾ ਕੇ ਵਿਖਾਉਨੇ ਆ ਤੇ ਦੱਸਦੇ ਆ ਵੀ ਤੀਰ ਏਦਾਂ ਚਲਾਈਦਾ ਹੈ। ਔਰ ਜਿਹਨੂੰ ਤੀਰ ਚਲਾਉਣਾ ਕਹਿੰਦੇ ਨੇ ਸੂਰਮੇ, ਹਾਂ ਵੀ ਏਦਾਂ ਚਲਾਈਦਾ ਤੀਰ, ਉਹ ਹੁਣ ਤੈਨੂੰ ਅਸੀਂ ਵਿਦਿਆ ਵਿਖਾਵਾਂਗੇ ਤੀਰ ਚਲਾਉਣ ਦੀ। ਲੱਗਿਓ ਬਾਣ ਕਾਢਿਓ ਜਬੈ ਨਿਕਸੀ ਸ਼੍ਰੋਣਤ ਬੂੰਦ। ਕਹਿੰਦੇ ਮਹਾਰਾਜ ਜੀ ਦੀ ਪੇਟੀ 'ਚ ਲੱਗਾ ਤੀਰ ਜਿਹੜਾ ਸੀ ਨਾ ਹਰੀ ਚੰਦ ਦਾ, ਮਹਾਰਾਜ ਜੀ ਨੇ ਖਿੱਚ ਕੇ ਕੱਢਿਆ ਤੇ ਸ਼੍ਰੋਣ ਦੀ ਕਹਿੰਦੇ ਇੱਕ ਮਹਾਰਾਜ ਜੀ ਦੇ ਖੂਨ ਦੀ ਥੋੜੀ ਜਿਹੀ ਤਤੀਰੀ ਉਹ ਪੇਟ ਦੇ ਵਿੱਚੋਂ ਕੋਈ ਉੱਪਰਲੇ ਪਾਸੋਂ ਚਮੜੀ ਚੀਰੀ ਗਈ ਸੀ, ਉਹ ਨਿਕਲੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰਖੇ ਹਿਰਦੈ ਬਿਲੰਦ। ਤੇ ਆਪਣੇ ਸਰੀਰ ਤੇ ਜ਼ਖਮ ਵੇਖ ਕੇ ਮਹਾਰਾਜ ਬੜੇ ਖੁਸ਼ ਹੋਏ, ਚਾਅ ਚੜ ਗਿਆ ਕਿ ਸਾਡਾ ਸਰੀਰ ਪਵਿੱਤਰ ਹੋ ਗਿਆ ਸ਼ਸਤਰ ਦੇ ਨਾਲ। ਕਹਿੰਦੇ ਉਸ ਵਕਤ ਮਹਾਰਾਜ ਜੀ ਬੜੇ ਰਸ ਵਿੱਚ ਆਏ, ਖੇੜੇ ਵਿੱਚ ਆਏ। ਛਤਰੀ ਧਰਮ ਕੋ ਤਾਰ ਕੈ ਭੈ ਨਾ ਕਰੇ ਬਰ ਵੀਰ। ਜਿਹੜਾ ਛਤਰੀ ਧਰਮ ਦੀ ਧਾਰਨਾ ਕਰਦਾ ਉਹ ਯੋਧਾ ਜੰਗ ਦੇ ਮੈਦਾਨ ਵਿੱਚ ਵੀਰ ਯੋਧੇ ਭੈ ਨਹੀਂ ਮੰਨਦੇ, ਭੈ ਨਹੀਂ ਕਰਦੇ। ਪੁਨ ਰਿਪ ਸਨਮੁਖ ਦੇਖ ਕੈ ਖਰੋ ਖੇਤ ਧਰ ਧੀਰ। ਮਹਾਰਾਜ ਜੀ ਨੇ ਵੇਖਿਆ ਹਰੀ ਚੰਦ ਖੜਾ ਤੇ ਧੀਰਜ ਨਾਲ ਖੜਾ, ਕਾਇਰ ਬਣ ਕੇ ਨਹੀਂ ਖਲੋਤਾ, ਉਹ ਵੀ ਬੜੇ ਠਰਮੇ ਦੇ ਨਾਲ ਖਲੋਤਾ ਹੋਇਆ। ਜੇ ਕਾਇਰ ਬਣ ਕੇ ਕੰਬਦਾ ਜਾਂ ਫਿਰ ਪਾਤਸ਼ਾਹ ਨੇ ਇਹਦੇ ਤੇ ਤੀਰ ਨਹੀਂ ਸੀ ਚਲਾਉਣਾ। ਹੌਸਲਾ ਕਰਕੇ ਧੀਰਜ ਦੇ ਨਾਲ ਖਲੋਤਾ ਮਹਾਰਾਜ ਜੀ ਨੇ ਵੇਖਿਆ। ਰਸਾਵਲ ਚੰਦ ਜਬੇ ਬਾਨ ਲਾਗਿਓ ਪਿਖੇ ਕੋਪ ਜਾਗਿਓ। ਜਦੋਂ ਬਾਣ ਲੱਗਾ ਮਹਾਰਾਜ ਰੋਸ ਵਿੱਚ ਆਏ। ਲਿਓ ਚਾਪੀ ਆਪੂ ਮਹਾ ਸ਼ਤਰੂ ਖਾਪੂ। ਗੁਰਦੇਵ ਨੇ ਹੱਥ ਵਿੱਚ ਆਪਣਾ ਧਨਕ ਸੰਭਾਲਿਆ ਤੇ ਤਿੱਖਾ ਤੀਰ ਕੱਢਿਆ ਹੈ। ਕੱਢਿਓ ਤੀਰ ਤੀਖਾ ਜੋ ਸਾਪੰ ਸਰੀਖਾ। ਕਹਿੰਦੇ ਉੱਡਣੇ ਸੱਪ ਦੇ ਸਮਾਨ ਤਿੱਖਾ ਤੀਰ ਮਹਾਰਾਜ ਜੀ ਦੇ ਹੱਥ ਵਿੱਚ ਹੈ। ਗੁਨੰ ਜੋਰ ਤਾਨਾ ਲਗਿਓ ਪਾਨ ਕਾਨਾ। ਪਾਤਸ਼ਾਹ ਨੇ ਤੰਦੀ ਤੇ ਚਾੜ ਕੇ ਜਦੋਂ ਉਹਦੀ ਚੁਟਕੀ ਪਕੜ ਕੇ ਬਾਗੜ ਨੂੰ ਖਿੱਚਿਆ ਤੇ ਹੱਥ ਪਿਛਲੇ ਪਾਸੇ ਕੰਨ ਨੂੰ ਜਾ ਵੱਜਾ। ਹਰੀ ਚੰਦ ਹੇਰਾ ਨਿਸ਼ਾਨੋ ਬਡੇਰਾ। ਸਾਹਮਣੇ ਹਰੀ ਚੰਦ ਨੂੰ ਵੇਖਿਆ, ਉਹਦਾ ਵੱਡਾ ਨਿਸ਼ਾਨਾ ਲਾਇਆ। ਹਿਰਦੇ ਤਾਕ ਆਚੇ ਰਿਪੂ ਨਾਸ਼ ਬਾਚੇ। ਮਹਾਰਾਜ ਜੀ ਨੇ ਉਹਦਾ ਜਿਹੜਾ ਕਲੇਜੇ ਵਾਲੀ ਥਾਂ ਸੀ ਨਾ, ਦਿਲ ਵਾਲੀ ਥਾਂ, ਉਹਦਾ ਨਿਸ਼ਾਨਾ ਲਾ ਕੇ ਤੀਰ ਚਲਾਇਆ। ਜੋ ਸ਼ੀਘਰ ਤਾਰੀ ਗਇਓ ਬੇਗ ਪਾਰੀ। ਬੜੇ ਵੇਗ ਨਾਲ, ਬੜੀ ਤੇਜ਼ੀ ਨਾਲ ਕਹਿੰਦੇ ਉਹ ਤੀਰ ਉੱਡ ਕੇ ਗਿਆ। ਦਸਿਓ ਨਾਗ ਮਾਨੋ ਗਿਰਿਓ ਪ੍ਰਾਨ ਹਾਨੋ। ਕਹਿੰਦੇ ਜਾ ਕੇ ਰਾਜੇ ਹਰੀ ਚੰਦ ਦਾ ਜਿਹੜਾ ਦਿਲ ਵਾਲਾ ਥਾਂ ਸੀ ਨਾ ਹਿਰਦੇ 'ਚ, ਉੱਥੇ ਜਾ ਕੇ ਉਹ ਤੀਰ ਵੱਜਾ, ਮਾਨੋ ਜਿਵੇਂ ਸੱਪ ਨੇ ਡੰਗਿਆ ਹੋਵੇ। ਵੱਜ ਕੇ ਤੀਰ ਇੱਕ ਵਾਰੀ ਪਾਰਲੇ ਪਾਸੇ ਜਾ ਨਿਕਲਿਆ। ਹਰੀ
ਔਰ ਰਾਜਾ ਹਰੀ ਚੰਦ ਧੜਮ ਦੇ ਕੇ ਜ਼ਮੀਨ ਤੇ ਜਾ ਡਿੱਗਾ। ਰਿਦਾ ਫੋਰ ਪਾਰਾ ਪਰਿਓ ਜਾਏ ਨਿਆਰਾ। ਇਹਦੇ ਦਿਲ ਵਾਲੀ ਹਿਰਦੇ ਵਾਲੀ ਥਾਂ ਨੂੰ ਚੀਰ ਕੇ ਤੀਰ ਪਾਰ ਜਾ ਨਿਕਲਿਆ। ਤਰੂ ਜਿਉ ਪੁਰਾਨਾ ਮਨੋ ਬਾਯੂਹਾਨਾ। ਹਰੀ ਚੰਦ ਏਦਾਂ ਜ਼ਮੀਨ ਤੇ ਡੱਗਾ ਜਿਵੇਂ ਕੋਈ ਪੁਰਾਣਾ ਜਿਹਾ ਦਰਖਤ ਹੁੰਦਾ ਨਾ, ਹਨੇਰੀ ਦੇ ਆਉਂਦਿਆਂ ਧੜਮ ਦੇ ਕੇ ਜਿਹਦੀ ਜੜ ਪੋਲੀ ਹੋਵੇ ਤੇ ਡਿੱਗ ਪੈਂਦਾ। ਏਦਾਂ ਹਰੀ ਚੰਦ ਰਣ ਭੂਮੀ ਵਿੱਚ ਡਿੱਗਾ ਸਤਿਗੁਰਾਂ ਦੇ ਤੀਰ ਨਾਲ। ਪਿਖਿਓ ਦੋਨ ਓਰਾ ਕਰਿਓ ਪੂਰ ਸ਼ੋਰਾ। ਦੋਹਾਂ ਪਾਸੇ ਸੂਰਮਿਆਂ ਦੇ ਯੋਧੇ ਵੇਖ ਰਹੇ ਨੇ ਔਰ ਬੜਾ ਭਿਆਨਕ ਸ਼ੋਰ ਮਚਿਆ ਹੋਇਆ। ਪਟੰਗ ਹੇਲ ਕਾਲਾ ਪਠਾਨੇ ਬਿਸਾਲਾ। ਮਹਾਰਾਜ ਜੀ ਦੇ ਸੂਰਮਿਆਂ ਨੇ ਜ਼ੋਰ ਦਾ ਹੱਲਾ ਕੀਤਾ। ਹਰੀ ਚੰਦ ਦੀ ਰੁਕਾਵਟ ਬਣਦਾ ਸੀ, ਉਹਨੂੰ ਜਦੋਂ ਮਾਰ ਘੱਤਿਆ ਤੇ ਜਿਹੜੇ ਪਠਾਨ ਸਨ ਉਹਨਾਂ ਤੇ ਹੱਲਾ ਹੋਇਆ। ਗੁਰੂ ਬਾਨ ਮਾਰੇ ਅਨੇਕੇ ਸੰਘਾਰੇ। ਪਾਤਸ਼ਾਹ ਹੁਣ ਤੀਰ ਚਲਾ ਕੇ ਹੋਰ ਵਿਦਿਆ ਵਿਖਾਉਂਦੇ ਆ। ਹੁਣ ਮਹਾਰਾਜ ਕਿਹੜੀ ਵਿਦਿਆ ਵਿਖਾਉਂਦੇ ਆ? ਕਹਿੰਦੇ ਤੀਰ ਮਾਰਦੇ ਨੇ ਨਿਸ਼ਾਨਾ ਲਾ ਕੇ, ਇੱਕ ਦੀ ਛਾਤੀ ਨੂੰ ਵਿੰਨ ਕੇ ਉਹ ਤੀਰ ਦੂਜੇ ਦੀ ਛਾਤੀ ਨੂੰ ਵਿੰਨ ਕੇ ਪਾਰ ਨਿਕਲਦਾ ਹੈ। ਫਿਰ ਤੀਜੇ ਚੌਥੇ ਪੰਜਵੇਂ ਇੱਕ ਤੀਰ ਨਾਲ 10 ਨੂੰ ਛਾਤੀਆਂ ਨੂੰ ਵਿੰਨ ਕੇ ਮਹਾਰਾਜ ਜੀ ਸੁੱਟਣ ਲੱਗੇ ਹਨ। ਚਲਿਓ ਅਗਰ ਆਇਓ ਸੋ ਜਾਣੇ ਨਾ ਪਾਇਓ। ਜਿਹੜਾ ਇੱਕ ਵਾਰੀ ਸਤਿਗੁਰਾਂ ਦੇ ਤੀਰ ਦੇ ਸਾਹਮਣੇ ਆ ਗਿਆ ਉਹ ਜਿਉਂਦਾ ਵਾਪਸ ਨਹੀਂ ਮੁੜਿਆ। ਕਨੇ ਕਾਏ ਗੇਰੇ ਤਰਸੇ ਮ੍ਰਿਤਿਉ ਹੇਰੇ। ਬੜੇ ਘਨੇ ਘਾਵ ਖਾ ਕੇ ਜ਼ਖਮ ਖਾ ਕੇ ਮੌਤ ਨੂੰ ਵੇਖਦਿਆਂ ਡਿੱਗ ਪਏ। ਲੀਏ ਸੂਰ ਮਾਰੀ ਭਜੇ ਪੀਰੂ ਪਾਰੀ। ਜਿਹੜੇ ਕਾਇਰ ਸਨ ਭੱਜ ਗਏ, ਸੂਰਮੇ ਮਾਰੇ ਗਏ। ਕਹਾਂ ਲੋ ਉਚਾਰੇ ਪਰੀ ਲੋਹ ਮਾਰੇ। ਕਹਿੰਦੇ ਕਿੱਥੋਂ ਤੱਕ ਦੱਸੀਏ ਵੀ ਕਿਹੋ ਜੀ ਲੋਹੇ ਦੀ ਮਾਰ ਮਚੀ ਹੈ। ਗੁਰੂ ਜੀਤ ਹੋਈ ਦਲੰਗ ਜਾਨ ਦੋਈ। ਦੋਹਾਂ ਪਾਸਿਆਂ ਦੇ ਦਲਾਂ ਨੇ ਜਾਣ ਲਿਆ ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਇਸ ਭੰਗਾਣੀ ਦੇ ਜੰਗ ਦੇ ਵਿੱਚ ਜਿੱਤ ਹੋ ਗਈ ਹੈ। ਇਹ ਪਤਾ ਲੱਗ ਗਿਆ ਹੁਣ ਬਸ ਕੇਵਲ ਕਾਇਰ ਦੌੜ ਰਹੇ ਨੇ, ਜਿਹੜੇ ਸੂਰਮੇ ਨੇ ਅਖੀਰਲੇ ਹੱਲੇ ਦੇ ਵਿੱਚ ਲੜ ਰਹੇ ਨੇ। ਪਾਤਸ਼ਾਹ ਜੰਗ ਜਿੱਤ ਕੇ ਜਿਵੇਂ ਵਾਪਸ ਸ੍ਰੀ ਪੌਂਟਾ ਸਾਹਿਬ ਆ ਰਹੇ ਨੇ ਤੇ ਆਉਂਦਿਆਂ ਕਹਿੰਦਿਆਂ ਆ ਰਹੇ ਨੇ, ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰਣੰਗ ਜੀਤ ਆਏ ਜਯੰਗੀਤ ਗਾਏ। ਮਹਾਰਾਜ ਜੀ ਦੇ ਯੋਧੇ ਭਾਈ ਸੰਗੋ ਸ਼ਾਹ ਜੀ ਵਰਗੇ ਮਹਾਨ ਸੂਰਮੇ ਗੁਰੂ ਵਾਹਿਗੁਰੂ 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 ਵਾਹਿਗੁਰੂ।